ਕੈਨੇਡਾ ਦੇ ਵਿੱਚ ਚੋਣਾਂ ਦੀ ਚਰਚਾ ਸ਼ੁਰੂ ਹੋ ਗਈ ਆ ਤੇ ਹੁਣ ਕਿਹਾ ਇਹ ਜਾ ਰਿਹਾ, ਜੋ ਖਬਰਾਂ ਅਸੀਂ ਕੱਲ ਵੀ ਤੁਹਾਡੇ ਨਾਲ ਸਾਂਝੇ ਕੀਤੀਆਂ ਸੀ ਕਿ ਐਤਵਾਰ ਨੂੰ ਚੋਣਾਂ ਦਾ ਐਲਾਨ ਹੋ ਸਕਦਾ ਤੇ ਇਹ ਵੀ ਹੋ ਸਕਦਾ ਕਿ 20 ਸਤੰਬਰ ਵੋਟਿੰਗ ਡੇ ਹੋਵੇ। ਹਾਲਾਂਕਿ ਐਲਾਨ ਇਹਦਾ ਹੋਣਾ ਆ, ਪੱਕੀਆਂ ਤਰੀਕਾ ਉਸ ਤੋਂ ਬਾਅਦ ਪਤਾ ਲੱਗਣਗੀਆਂ, ਪਰ ਅਸੀਂ ਚਰਚਾ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਿਹੜੇ ਨੁਮਾਇੰਦੇ ਆ ਹੁਣ ਚੁਣੇ ਜਾਣੇ ਆ ਨਵੇਂ ਸਿਰਿਓਂ, ਉਹਨਾਂ ਨੇ ਇੱਕ ਵਾਰੀ ਫੇਰ ਲੋਕਾਂ ਦੇ ਵਿੱਚ ਜਾਣਾ ਆ ਔਰ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਹੋਣੀ ਆ ਤੇ ਅਸੀਂ ਵੀ ਜਿਹੜੇ ਪਹਿਲਾਂ ਤੋਂ ਚੁਣੇ ਹੋਏ ਨੁਮਾਇੰਦੇ ਨੇ ਜੋ ਲੋਕਾਂ ਦੇ ਵਿੱਚ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ। ਜੋ ਪਹਿਲਾਂ ਸਰਕਾਰ ਨੇ ਕੀਤਾ ਉਹਦੇ ਤੇ ਵੀ ਸਵਾਲ ਕਰ ਰਹੇ ਆ ਤੇ ਅਗਲੇ ਮੁੱਦੇ ਕੀ ਹੋਣਗੇ ਉਹਨਾਂ ਸੰਬੰਧੀ ਵੀ ਗੱਲਬਾਤ ਕਰ ਰਹੇ ਆ। ਤੇ ਅੱਜ ਸਾਡੇ ਨਾਲ ਨੇ ਸੁਖ ਧਾਲੀਵਾਲ ਹੋਣੀ, ਜੋ ਕਿ ਸਰੀ ਨਿਊਟਨ ਤੋਂ ਮੈਂਬਰ ਪਾਰਲੀਮੈਂਟ ਨੇ। ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਟੀਵੀ ਪੰਜਾਬ ਤੇ। ਧੰਨਵਾਦ ਮਨਦੀਪ ਜੀ, ਮੇਰੇ ਵੱਲੋਂ ਤੁਹਾਨੂੰ ਔਰ ਟੀਵੀ ਪੰਜਾਬ ਦੇ ਸਮੂਹ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਜੀ। ਕਿਉਂਕਿ ਹਜੇ ਤਾਂ ਦੇਖੋ ਇਲੈਕਸ਼ਨ ਨਹੀਂ, ਮੈਂ ਸਿਟਿੰਗ ਮੈਂਬਰ ਪਾਰਲੀਮੈਂਟ। ਤੁਸੀਂ ਧੰਨਵਾਦ ਤੁਹਾਡਾ ਕਿ ਤੁਸੀਂ ਆਏ ਸਾਡੀ ਅਕਾਊਂਟੇਬਿਲਿਟੀ ਜਾਂ ਜਿਹੜੇ ਕੁਐਸਚਨ ਕੋਈ ਰੇਜ਼ ਕਰਨ ਵਾਲੇ। ਜੀ ਬਿਲਕੁਲ, ਜਿਸ ਤਰੀਕੇ ਨਾਲ ਹੁਣ ਚੋਣਾਂ ਦੀ ਚਰਚਾ ਚੱਲ ਰਹੀ ਆ, ਸੋ ਆਪਾਂ ਐਸੇ ਮੈਂਬਰ ਪਾਰਲੀਮੈਂਟ ਕਿੱਦਾਂ ਦਾ ਇਹ ਸਫ਼ਰ ਰਿਹਾ ਇਸ ਟਰਮ ਦਾ ਉਹ ਵੀ ਚਰਚਾ ਕਰਾਂਗੇ। ਹਾਲਾਂਕਿ ਤੁਸੀਂ ਲੰਬੇ ਸਮੇਂ ਤੋਂ ਇੱਥੇ ਵਿਰਾਜਮਾਨ ਇਸ ਕੁਰਸੀ ਤੇ, ਪਰ ਦਰਸ਼ਕ ਇਹ ਸਵਾਲ ਕਰ ਰਹੇ ਇਸ ਵਕਤ ਕਿ ਹਲੇ ਵਿਰੋਧੀ ਪਾਰਟੀ ਨੂੰ ਤੁਹਾਡੇ ਤੇ ਸਵਾਲ ਚੁੱਕ ਰਹੇ ਕਿ 2 ਸਾਲ ਦਾ ਸਮਾਂ ਪਿਆ ਸੀ, ਸਰਕਾਰ ਚੱਲ ਸਕਦੀ ਸੀ, ਤਾਂ ਕਹਿੰਦੇ ਕਿ ਇਸ ਵਕਤ ਕੀ ਚੋਣਾਂ ਕਰਵਾਉਣੀਆਂ ਜ਼ਰੂਰੀ ਸੀ। ਦੇਖੋ ਤੁਸੀਂ ਜਿਹੜਾ ਕੁਐਸਚਨ ਬੜਾ ਜਾਇਜ਼ ਕੁਐਸਚਨ ਜਿਹੜਾ ਮਨਦੀਪ ਰੇਜ਼ ਕੀਤਾ ਹੈਗਾ ਕਿ ਦੇਖੋ ਅਪੋਜੀਸ਼ਨ ਪਾਰਟੀ ਜੀ ਅੱਜ ਤਾਈਂ ਇਲੈਕਸ਼ਨ ਦਾ ਜਿਹੜਾ ਉਹ ਮੁੱਦਾ ਉਠਾਉਂਦੀਆਂ ਆਈਆਂ। ਅਜੇ ਤਾਈਂ ਪ੍ਰਧਾਨ ਮੰਤਰੀ ਨੇ ਵੀ ਜਾਂ ਮੇਰੇ ਮੂੰਹੋਂ ਵੀ ਕਦੇ ਨਹੀਂ ਸੁਣਿਆ ਕਿ ਅਸੀਂ ਜਿਹੜਾ ਉਹ ਇਲੈਕਸ਼ਨ ਕਰਾਉਣਾ ਚਾਹੁੰਦੇ ਹਾਂ ਜਾਂ ਠੀਕ ਨਹੀਂ। ਜਿਹੜੀ ਉਹ ਇਲੈਕਸ਼ਨ ਦੀ ਗੱਲ ਹਮੇਸ਼ਾ ਹੀ ਅਪੋਜੀਸ਼ਨ ਪਾਰਟੀਆਂ ਕਰਦੀਆਂ ਰਹੀਆਂ। ਸਾਡਾ ਜਿਹੜਾ ਮੇਨ ਫੋਕਸ ਸੀਗਾ ਜਦੋਂ ਆਪਾਂ ਦੇਖੀਏ ਪਿਛਲੇ 2019 ਤੋਂ ਚੁਣ ਤੋਂ ਬਾਅਦ ਜਦੋਂ 2020 ਦੇ ਵਿੱਚ ਹੀ ਜਿਹੜਾ ਸੀ ਉਹ ਕੋਵਿਡ ਦੀ ਮਹਾਂਮਾਰੀ ਆ ਗਈ, ਉਹਦੇ ਵਿੱਚ ਸਾਡਾ ਸਾਰਿਆਂ ਨਾਲੋਂ ਪਹਿਲਾ ਫੋਕਸ ਇਹ ਸੀਗਾ ਵੀ ਅਸੀਂ ਸਾਡਾ ਕੈਨੇਡੀਅਨ ਲੋਕ ਅਤੇ ਕੈਨੇਡੀਅਨ ਬਿਜ਼ਨਸ ਜਿਹੜੇ ਆ ਅਸੀਂ ਉਹਨਾਂ ਨੂੰ ਮੇਕ ਸ਼ੋਰ ਕੀਤਾ ਜਾਵੇ, ਜਿਹਦੇ ਲਈ ਰਹਿਣ ਲਈ ਛੱਤ ਦਾ ਇੰਤਜ਼ਾਮ, ਰੋਟੀ ਪਾਣੀ ਦਾ ਇੰਤਜ਼ਾਮ, ਬਿਜ਼ਨਸ ਨੇ ਜੇ ਚੱਲਣਾ ਉਹਨਾਂ ਨੂੰ ਜਿਹੜਾ ਸੀਗਾ ਕੈਪੀਟਲ ਜਿਹੜੀ ਸੀਗੀ ਪੈਸੇ ਦਿੱਤੇ ਜਾਣ ਔਰ ਨਾਲ ਹੀ ਜਿਹੜੀ ਵੇਜ ਸਬਸਿਡੀ ਤਾਂ ਕਿ ਉਹ ਇੰਪਲੋਈਜ਼ ਨੂੰ ਆਪਦਿਆਂ ਨੂੰ ਰਿਟੇਨ ਕਰ। ਉਹ ਸਾਡਾ ਪਹਿਲਾ ਮੁੱਦਾ ਸੀਗਾ ਜਿਹੜਾ ਅਸੀਂ ਉਹਦੇ ਵਿੱਚ ਜਿਹੜਾ ਸੀ ਉਹ ਫੋਕਸ ਕੀਤਾ। ਔਰ ਦੂਸਰਾ ਜਿਹੜਾ ਸੀਗਾ ਉਸ ਤੋਂ ਬਾਅਦ ਇਹ ਸੀਗੀ ਕਿ ਵੈਕਸੀਨੇਸ਼ਨ ਜਿਹੜੀ ਆ ਉਹ ਵੱਧ ਤੋਂ ਵੱਧ ਵੈਕਸੀਨੇਸ਼ਨ ਜਿਹੜੀ ਸਿਕਿਉਰ ਕਰਨੀ, ਉਹ ਬੜੀ ਵੱਡੀ ਮਾਤਰਾ ਸਿਕਿਉਰ ਕੀਤੀ ਔਰ ਅਸੀਂ ਡੈਡਲਾਈਨ ਦਿੱਤੀ ਸੀ ਸੈਪਟੈਂਬਰ ਦਾ ਐਂਡ, ਠੀਕ ਹੈ ਨਹੀਂ ਵੀ ਅਸੀਂ ਸਾਰੇ ਜਿਹੜੇ ਐਲੀਜੀਬਲ ਕੈਨੇਡੀਅਨ ਨੇ ਜਿਹੜੇ ਚਾਹਣਗੇ ਉਹ ਲਵਾ ਸਕਦੇ। ਪਰ ਆਲਰੇਡੀ ਜੇ ਦੇਖਿਆ ਜਾਵੇ ਤਾਂ 66 ਮਿਲੀਅਨ ਡੋਜ਼ਸ ਜਿਹੜੀਆਂ ਨੇ ਉਹ ਆ ਚੁੱਕੀਆਂ ਕੈਨੇਡਾ ਦੇ ਵਿੱਚ ਔਰ 80% ਤੋਂ ਵੱਧ ਲੋਕ ਜਿਹੜੇ ਨੇ, ਤਕਰੀਬਨ 84% ਦੇ ਕਰੀਬ ਜਿਨ੍ਹਾਂ ਨੂੰ ਇੱਕ ਡੋਜ਼ ਮਿਲ ਗਈ, 70% ਤੋਂ ਵੱਧ ਨੇ ਜਿਹੜੇ ਹੁਣ ਤਾਂ ਆਪ ਜਿਹੜੇ ਕੈਨੇਡੀਅਨ ਚਾਹਣ ਉਹਨਾਂ ਨੂੰ ਅਸੀਂ 2 ਮਹੀਨੇ ਪਹਿਲਾਂ ਆਪਣਾ ਪ੍ਰੋਮਿਸ ਜਿਹੜਾ ਸੀ ਉਹ ਪੂਰਾ ਕਰਤਾ। ਪਰ ਜੇ ਤੁਸੀਂ ਪਿੱਛੇ ਕਾਰਜਕਾਰੀ ਦੇਖਦੇ ਹੈਗੇ ਤਾਂ ਅਪੋਜੀਸ਼ਨ ਪਾਰਟੀ ਦੀ ਅੜਿੱਕਾ ਬਣਦੀਆਂ ਰਹੀਆਂ ਨੇ। ਚਾਹੇ ਕੋਈ ਵੀ ਬਿੱਲ ਲੈ ਕੇ ਆਉਣਾ ਸੀਗਾ, ਚਾਹੇ ਤੁਸੀਂ ਬਜਟ ਦੀ ਗੱਲ ਕਰ ਲਓ, ਉਹਨੂੰ ਪਾਸ ਕਰਨ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਬੜਾ ਸਾਡੇ ਜਿਹੜੇ ਸੀ ਉਹ ਅੜਿੱਕਾ ਬਣਿਆ, ਲੰਮਾ ਸਮਾਂ ਲੱਗਿਆ। ਔਰ ਕਈ ਐਸੇ ਵੀ ਸੀ ਜਿੱਥੇ ਨਾਨ ਕੌਨਫੀਡੈਂਸ ਮੋਸ਼ਨ ਬਿੱਲ ਸੀਗੇ ਜਿੱਥੇ NDP ਨੇ ਸਾਡੀ ਸਪੋਰਟ ਨਹੀਂ ਕੀਤੀ, ਉੱਥੇ ਬਲੋਕ ਨੇ ਸਪੋਰਟ ਕੀਤੀ ਜਾਂ ਬਲੋਕ ਨੇ ਨਹੀਂ ਕੀਤੀ ਤਾਂ ਜਿਹੜੀ ਸੀਗੀ ਉਹ ਕੰਜ਼ਰਵੇਟਿਵ ਪਾਰਟੀ ਨੇ ਸਪੋਰਟ ਕੀਤੀ। ਸੋ ਜਦੋਂ ਆਪਾਂ ਉਹ ਦੇਖਦੇ ਹੈਗੇ ਹਾਂ, ਇਹ 2 ਇਸ਼ੂ ਤਾਂ ਹੁਣ ਹੋ ਗਏ। ਹੁਣ ਤੀਸਰਾ ਇਸ਼ੂ ਇਹ ਹੈਗਾ ਕਿ ਹੁਣ ਅਗਲਾ ਜਿਹੜਾ ਸਟੈਪ ਆ ਉਹ ਬੜਾ ਇੰਪੋਰਟੈਂਟ ਹੈਗਾ। ਉਹਦੇ ਵਿੱਚ ਇਹ ਹੈ ਵੀ ਅਸੀਂ ਕੈਨੇਡਾ ਨੂੰ ਹੁਣ ਅਗਲੀ ਇਕਨੋਮਿਕ ਰਿਕਵਰੀ 'ਚ ਲੈ ਕੇ ਜਾਣਾ। ਜਿਹੜੀਆਂ ਮਿਲੀਅਨ ਜੌਬ ਜਿਹੜੀਆਂ ਨੇ ਲੂਜ਼ ਕੀਤੀਆਂ ਨੇ ਉਹਨੂੰ ਅਸੀਂ ਕਿਸ ਤਰੀਕੇ ਨਾਲ ਵਾਪਸ ਲਿਆਉਣਾ, ਬਿਜ਼ਨਸ ਜਿਹੜੇ ਆ ਉਹ ਕਿਸ ਤਰੀਕੇ ਨਾਲ ਸਰਵਾਈਵ ਕਰ ਸਕਣਗੇ, ਲੋਕ ਜਿਹੜੇ ਕਿੱਦਾਂ ਤਰੱਕੀ ਜਿਹੜੀ ਆ ਕਰ ਸਕਣ, ਬੱਚੇ ਜਿਹੜੇ ਆ ਉਹ ਨੈਕਸਟ ਪੇਜ 'ਚ ਮੂਵ ਹੋ ਸਕਣ। ਉਹਦੇ ਲਈ ਹੁਣ ਪ੍ਰਧਾਨ ਮੰਤਰੀ ਦੇ ਵੀ ਡਿਪੈਂਡ ਕਰਦਾ ਹੈਗਾ, ਠੀਕ ਹੈ ਨਾ। ਜੇ ਕਿਉਂਕਿ ਪ੍ਰਧਾਨ ਮੰਤਰੀ ਇਹ ਫੀਲ ਕਰਦੇ ਆ ਕਿ ਅਪੋਜੀਸ਼ਨ ਪਾਰਟੀ ਨੂੰ ਅੱਗੇ ਜਿਹੜਾ ਮੈਂਡੇਟ ਦਿੱਤਾ ਉਹ ਉਹਨਾਂ ਨੇ ਬੜੇ ਵਧੀਆ ਢੰਗ ਨਾਲ ਸੀ ਜਿਹੜਾ ਉਹ ਨਿਭਾਇਆ, ਉਹਦੇ ਬਾਰੇ ਆਪਾਂ ਬਾਅਦ 'ਚ ਗੱਲ ਵੀ ਕਰ ਸਕਦੇ। ਪਰ ਤੁਸੀਂ ਹੁਣ ਇਲੈਕਸ਼ਨ ਫੋਕਸ ਕੁਐਸਚਨ ਮੈਂ ਉੱਥੇ ਹੀ ਰੱਖੂੰਗਾ। ਜਿਹੜੇ ਪ੍ਰਧਾਨ ਮੰਤਰੀ ਹੁਣ ਜੇ ਉਹ ਇਸ ਵੇਲੇ ਚਾਹੁੰਦੇ ਆ ਕਿ ਇਕਨੋਮਿਕ ਰਿਕਵਰੀ ਜਿਹੜੀ ਆ ਉਹਦੇ ਲਈ ਉਹ ਆਪਣਾ ਕੋਈ ਵਿਜ਼ਨ ਰੱਖਦੇ ਹੈਗੇ, ਉਹ ਏਜੰਡਾ ਹੈਗਾ ਸਾਡੀ ਪਲਾਨ ਹੈਗੀ। ਹੁਣ ਉਹ ਪਲਾਨ ਨੂੰ ਜਿਹੜਾ ਵਾ ਉਹ ਸੋਚ ਰਹੇ ਹੋਣਗੇ ਵੀ ਕੀ ਅਪੋਜੀਸ਼ਨ ਪਾਰਟੀ ਉਹਨਾਂ ਨੂੰ ਸਾਥ ਦੇਣਗੀਆਂ ਕਿ ਅੱਗੇ ਵਾਂਗੂ ਹੀ ਰਾਹ 'ਚ ਰੋੜਾ ਜਿਹੜਾ ਵਾ ਉਹ ਬਣਦੀਆਂ ਰਹਿਣਗੀਆਂ। ਸੋ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਜਿਹੜਾ ਹੈਗਾ ਇਹ ਮੈਂਡੇਟ ਜਿਹੜਾ ਹੈਗਾ ਲੋਕਾਂ ਤੋਂ ਲੈਣ ਤਾਂ ਕਿ ਲੋਕਾਂ ਨੂੰ ਜਿਹੜਾ ਵਾ ਉਹਨਾਂ ਨੂੰ ਜਾਣ, ਤਾਂ ਕਿ ਉਹ ਜੇ ਮੈਂਡੇਟ ਜਿਹੜਾ ਵਾ ਉਹਨਾਂ ਨੂੰ ਦੇਣ, ਤਾਂ ਕਿ ਫਿਰ ਜੇ ਉਹ ਮੈਂਡੇਟ ਲੋਕਾਂ ਨੇ ਦਿੱਤਾ ਹੋਊਗਾ ਪ੍ਰਧਾਨ ਮੰਤਰੀ ਨੂੰ ਤਾਂ ਫਿਰ ਉਹ ਜਿਹੜੀ ਪਾਰਲੀਮੈਂਟ ਦੇ ਵਿੱਚ ਲੜਾਈ ਕਰ ਸਕਦੇ ਤਾਂ ਕਿ ਅਪੋਜੀਸ਼ਨ ਪਾਰਟੀ ਜਿਹੜੀਆਂ ਉਹ ਰਾਹ 'ਚ ਰੋੜਾ ਨਹੀਂ ਬਣਨਗੀਆਂ, ਤਾਂ ਕਿ ਜਿਹੜੀ ਕੈਨੇਡਾ ਦੇ ਲੋਕ ਤੇ ਉਹ ਜਿਹੜੇ ਨੇ ਬਿਜ਼ਨਸ ਉਹ ਅਸੀਂ ਕਾਮਯਾਬੀ ਲਈ ਵੱਧ ਸਕਣ। ਔਰ ਨਾਲ ਇਹ ਹੈਗਾ ਜੇ ਇਲੈਕਸ਼ਨ ਹੁੰਦਾ ਹੈ ਬਾਈ ਦੀ ਵੇ ਉਹਦੇ ਵਿੱਚ ਜਿਹੜਾ ਚੀਫ ਇਲੈਕਟੋਰਲ ਆਫਿਸਰ ਆ ਉਹਨੇ ਮੇਕ ਸ਼ੋਰ ਕੀਤਾ ਕਿ ਹਰ ਇੱਕ ਵੋਟਰ ਔਰ ਹਰ ਇੱਕ ਵਰਕਰ ਜਿਹੜਾ ਹੈਗਾ ਉਹਦੀ ਸੇਫਟੀ ਜਿਹੜੀ ਆ
ਉਹਨੂੰ ਅਸੀਂ ਬਰਕਰਾਰ ਰੱਖਾਂਗੇ। ਜੀ ਜਗਮੀਤ ਸਿੰਘ ਹੁਣੇ ਇੱਕ ਲੈਟਰ ਲਿਖ ਕੇ ਹਟੇ ਪ੍ਰਧਾਨ ਮੰਤਰੀ ਸਾਹਿਬ ਨੂੰ, ਕਹਿੰਦੇ ਵੀ ਅਸੀਂ ਸਾਥ ਦੇਵਾਂਗੇ, ਤੁਸੀਂ ਪਾਰਲੀਮੈਂਟ ਕਾਲ ਕਰੋ। ਕਿ ਤੁਹਾਡੀ ਪਾਰਟੀ ਨੂੰ ਭਰੋਸਾ ਨਹੀਂ ਕਿ ਐਨਡੀਪੀ ਜਿਹੜੀ ਅੱਜ ਮੌਕੇ ਤੇ ਫਿਰ ਸਾਥ ਨਹੀਂ ਦੇਊਗੀ? ਦੇਖੋ ਅੱਗੇ ਪਿਛਲੇ ਕਈ ਬਿੱਲ ਕਲੀਅਰ ਨੇ, ਜਿੱਥੇ ਜਗਮੀਤ ਸਿੰਘ ਨੇ ਅੱਜ ਤੱਕ ਬਲੈਂਕਟ ਸਪੋਰਟ ਨਹੀਂ ਦਿੱਤੀ। ਜਗਮੀਤ ਸਿੰਘ ਹੋਣੀ ਜਿਹੜੇ ਸੀਗੇ ਉਹ ਲੈਜਿਸਲੇਸ਼ਨ ਬਾਈ ਲੈਜਿਸਲੇਸ਼ਨ, ਪੀਸ ਆਫ ਲੈਜਿਸਲੇਸ਼ਨ ਆਉਂਦਾ ਸੀ, ਉਹਦੇ ਵਿੱਚ ਉਹ ਸਪੋਰਟ ਕਰਦੇ ਰਹੇ ਆ। ਉਹਨਾਂ ਨੇ ਬਲੈਂਕਟ ਸਪੋਰਟ ਜਿਹੜਾ ਵਾ ਉਹ ਨਹੀਂ ਕੀਤਾ। ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਹਰ ਇੱਕ ਬਿੱਲ ਇਰਰਿਸਪੈਕਟਿਵ ਵਟ ਜਿਹੜਾ ਹੈਗਾ, ਈਵਨ ਬਜਟ ਤੇ ਵੀ ਸ਼ਾਇਦ ਜਿਹੜੀਆਂ ਨੇ ਵੋਟ ਉਹਨਾਂ ਨੇ ਕਈ ਜਿਹੜੇ ਸੀ ਨਾਨ ਕੌਨਫੀਡੈਂਸ ਮੋਸ਼ਨ ਆਏ, ਉਹਨਾਂ ਤੇ ਵੀ ਕਈ ਵਾਰ ਉਹਨਾਂ ਨੇ ਜਿਹੜਾ ਵਾ ਉਹ ਵੋਟ ਜਿਹੜੀ ਆ ਉਹ ਲਿਬਰਲ ਦੇ ਨਾਲ ਨਹੀਂ ਪਾਈ। ਸੋ ਇਹ ਉਹਨਾਂ ਨੇ ਕਲੀਅਰ ਜਿਹੜਾ ਬਲੈਂਕਟ ਵਾਅਦਾ ਨਹੀਂ ਆ ਕਿ ਵੀ ਮੈਂ ਜਿਹੜਾ ਵਾ ਗੌਰਮੈਂਟ ਨੂੰ ਪੱਕੀ ਬਰਕਰਾਰ ਰੱਖੂੰਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ ਕਿ ਉਹ ਜਗਮੀਤ ਸਿੰਘ ਹੁਣੀ ਅੱਜ ਕਹਿ ਰਹੇ ਨੇ, ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਵਾਅਦਾ ਉਹ ਆਪਦਾ ਨਿਭਾਉਣਗੇ, ਕਿਉਂਕਿ ਜੇ ਪਿੱਛੇ ਬਿੱਲਾਂ ਦੇ ਵਿੱਚ ਵੋਟਿੰਗ ਪੈਟਰਨ ਦੇਖੀਏ ਤਾਂ ਨੈਸੈਸਰਲੀ ਇਹ ਨਹੀਂ ਦੇਖੋਗੇ ਕਿ ਹਰ ਇੱਕ ਜਿਹੜਾ ਕੌਨਫੀਡੈਂਸ ਮੋਸ਼ਨ ਸੀਗਾ ਉਹਦੇ ਉਹਨਾਂ ਨੇ ਜਿਹੜੀ ਆ ਉਹ ਲਿਬਰਲ ਪਾਰਟੀ ਨਾਲ ਵੋਟ ਪਾਈ ਆ। ਜੀ, ਸੋ ਤੁਹਾਡੇ ਕਹਿਣ ਦਾ ਮਤਲਬ ਜਿਹੜਾ ਤੁਸੀਂ ਅਗਲਾ ਰਿਕਵਰੀ ਪਲਾਨ ਲੈ ਕੇ ਆਓਗੇ, ਇਹ ਉਹਦੇ ਲਈ ਵੋਟਿੰਗ ਹੋਗੀ ਕਿ ਉਹਦੇ ਨਾਲ ਤੁਹਾਡੇ ਲੋਕ ਨਾਲ ਚੱਲਣਗੇ? ਫਿਰ ਤੁਸੀਂ ਚੋਣਾਂ ਤੋਂ ਪਹਿਲਾਂ ਜੇ ਹੁੰਦੀਆਂ ਨੇ ਤਾਂ ਫਿਰ ਉਹ ਪਲਾਨ ਰੱਖਿਆ ਜਾਵੇਗਾ ਸਾਹਮਣੇ? ਦੇਖੋ ਨੈਚੁਰਲੀ ਜੇ ਪ੍ਰਧਾਨ ਮੰਤਰੀ ਇਲੈਕਸ਼ਨ ਚਾਹੁੰਦੇ ਨੇ ਕਰਾਉਣਾ, ਕਿਉਂਕਿ ਦੇਖੋ ਸਪਟੈਂਬਰ ਦੇ ਵਿੱਚ ਪਾਰਲੀਮੈਂਟ ਵਾਪਸ ਜਾਣੀ ਹੈਗੀ ਆ ਜੀ, ਠੀਕ ਹੈ ਨਾ, ਕਿ ਉਹ ਵਾਪਸ ਜਾਣ ਤੋਂ ਪਹਿਲਾਂ ਉਹ ਚਾਹੁੰਦੇ ਨੇ ਕਿ ਲੋਕਾਂ ਦਾ ਮੈਂਡੇਟ ਜਿਹੜਾ ਵਾ ਉਹ ਲਿਆ ਜਾਵੇ, ਤਾਂ ਕਿ ਹੁਣ ਤਾਂ ਜਿਹੜੀ ਪਾਰਲੀਮੈਂਟ ਆਫ ਹੀ ਹੈਗੀ ਇਸ ਵੇਲੇ। ਤਾਂ ਜੇ ਉਹ ਮੈਂਡੇਟ ਲੋਕਾਂ ਦਾ ਲੈਣਗੇ ਤਾਂ ਕੱਲ੍ਹ ਨੂੰ ਉਹ ਫਾਈਟ ਕਰ ਸਕਣਗੇ। ਜਿਸ ਤਰੀਕੇ ਨਾਲ ਹੁਣ ਪਿੱਛੇ ਮੈਂਡੇਟ ਦੇ ਵਿੱਚ ਜਿਹੜੀਆਂ ਅਸੀਂ ਚੀਜ਼ਾਂ ਲੈ ਕੇ ਆਏ ਉਹ ਪੂਰੀਆਂ ਕੀਤੀਆਂ, ਜਿਹਦੇ ਵਿੱਚ 2050 ਤੱਕ ਜਿਹੜਾ ਜ਼ੀਰੋ ਨੈਟ ਮਿਸ਼ਨ ਦੀ ਗੱਲ ਕਰਦੇ, ਉਹ ਸਾਡਾ ਪਾਰਟ ਆਫ ਦੀ ਪ੍ਰੋਸੈਸ ਸੀ। ਗਨ ਜਿਹੜੀਆਂ ਸੀਗੀਆਂ ਮਿਲਟਰੀ ਸਟਾਈਲ ਅਸੌਲਟ ਰਾਈਫਲ ਜਿਹੜੀਆਂ, ਉਹਨੂੰ ਬੈਨ ਕਰਨਾ, ਉਹ ਅਸੀਂ ਉਹਦੇ ਵਿੱਚ ਜਿਹੜਾ ਸੀ ਪਿਛਲੇ ਲੈ ਕੇ ਆਏ। ਔਰ $10 ਡੇ ਕੇਅਰ ਜਿਹੜਾ ਸੀਗਾ ਉਹ ਸਾਡੀ ਪਲਾਨ ਅਸੀਂ ਜਿਹੜੀ ਸੀਗੀ ਉਹ ਲੈ ਕੇ ਆਏ, ਉਹਨੂੰ ਅਸੀਂ ਪੂਰਾ ਕੀਤਾ। ਆਮ ਸਧਾਰਨ ਲੋਕਾਂ ਦੇ ਟੈਕਸ ਜਿਹੜੇ ਸੀ ਘੱਟ ਕਰਨੇ, ਔਰ ਰਹੀਸ ਲੋਕ ਜਿਹੜੇ ਟੌਪ 1% ਹੈਗਾ ਉਹਨਾਂ ਦੇ ਟੈਕਸ ਜਿਹੜੇ ਸੀ ਵਧਾਉਣੇ, ਉਹ ਵੀ ਅਸੀਂ ਜਿਹੜਾ ਸੀਗਾ ਉਸ ਨੂੰ ਵੀ ਅਸੀਂ ਪੂਰਾ। ਸੋ ਜਿਹੜੇ ਅਸੀਂ ਵਾਅਦੇ ਕੀਤੇ ਹੈਗੇ ਸੀ ਪਿੱਛੇ, ਉਹ ਕਿਉਂ ਅਸੀਂ ਉਹਦੇ ਵਿੱਚ ਅਸੀਂ ਅੜਦੇ ਰਹੇ? ਕਿਉਂਕਿ ਉਹ ਲੋਕਾਂ ਨੇ ਸਾਨੂੰ ਮੈਂਡੇਟ ਦਿੱਤਾ ਸੀ। ਔਰ ਪ੍ਰਧਾਨ ਮੰਤਰੀ ਨੇ ਇੱਕ ਹੋਰ ਮਨਦੀਪ ਤੁਸੀਂ ਦੇਖਿਆ ਹੋਵੇਗਾ, ਇਸ ਕੋਵਿਡ ਦੇ ਦੌਰਾਨ ਵੱਧ ਤੋਂ ਵੱਧ ਮੀਟਿੰਗ ਜਿਹੜੀਆਂ ਨੇ ਉਹ ਉਹਨਾਂ ਨੇ ਸੂਬੇ ਦੇ ਪ੍ਰੀਮੀਅਰਸ ਨਾਲ ਕੀਤੀਆਂ, ਫਸਟ ਮਿਨਿਸਟਰ ਦੇ ਨਾਲ ਰਲ ਕੇ ਚੱਲੇ। 80% ਪੈਸਾ ਜਿਹੜਾ ਸੂਬਿਆਂ ਦੇ ਵਿੱਚ ਗਿਆ ਉਹ ਫੈਡਰਲ ਸਰਕਾਰ ਵੱਲੋਂ ਆ। ਡਜਨਟ ਮੈਟਰ ਚਾਹੇ ਉਹ ਐਨਡੀਪੀ ਦੀ ਸਰਕਾਰ ਸੀ, ਚਾਹੇ ਉਹ ਕਿਸੇ ਸੂਬੇ 'ਚ ਕੰਜ਼ਰਵੇਟਿਵ ਦੀ ਸਰਕਾਰ ਸੀ। ਅਸੀਂ ਹਮੇਸ਼ਾ ਹੀ ਜਿਹੜਾ ਸੀਗਾ ਉਹ ਇਹ ਚੀਜ਼ ਮੇਕ ਸ਼ੋਰ ਕੀਤੀ ਕਿ ਉੱਥੇ ਦੇ ਲੋਕ ਜਿਹੜੇ ਆ, ਕੈਨੇਡੀਅਨ ਲੋਕ, ਉਹ ਸੂਬੇ ਦੇ ਲੋਕ ਜੋ ਚੀਜ਼ ਚਾਹੁੰਦੇ ਆ, ਅਸੀਂ ਉਹਨਾਂ ਦੇ ਜਿਹੜੇ ਸੀ ਪ੍ਰੀਮੀਅਰਸ ਉਹਨਾਂ ਨੂੰ ਰਲ ਕੇ ਉਹਨਾਂ ਦੀ ਸਹਾਇਤਾ ਦਿੱਤੀ। ਔਰ ਸਿਟੀ ਦੇ ਵਿੱਚ ਵੀ ਸਮੇਂ ਮੁਤਾਬਕ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਆ, ਜੇ ਸਿਟੀ 'ਚ ਕੋਈ ਪ੍ਰੋਜੈਕਟ ਚਾਹੁੰਦੀ ਸੀ ਉੱਥੇ ਵੀ। ਸੋ ਸਾਡੀ ਟੈਂਡੈਂਸੀ ਹਮੇਸ਼ਾ ਹੀ ਇਹ ਰਹੀ ਆ ਕਿ ਜਿਹੜੀ ਗ੍ਰਾਸ ਰੂਟਸ ਤੋਂ ਆਵਾਜ਼ ਉੱਠਦੀ ਆ ਉਹਦੀ ਅਸੀਂ ਸਪੋਰਟ ਜਿਹੜੀ ਆ ਉਹ ਅਸੀਂ ਕਰੀ ਆ। ਪਰ ਇਸ ਵਾਰ ਜਿਹੜੀ ਮਹਾਮਾਰੀ ਆਈ ਸੀ, ਇਸ ਤੋਂ ਪਹਿਲੀ ਵਾਰ ਇਲੈਕਸ਼ਨ ਹੋ ਰਹੀ ਆ ਤੇ ਸਾਰੇ ਹਾਲਾਤ ਵੱਖਰੇ ਨੇ। ਸੋ ਇਸ ਵਾਰ ਕਿਸ ਤਰੀਕੇ ਦੀ ਤਿਆਰੀ ਹੋਊਗੀ ਤੇ ਕਿਸ ਤਰੀਕੇ ਦੇ ਵਾਅਦੇ ਹੋਣਗੇ ਤੇ ਕਿੱਦਾਂ ਦਾ ਮੈਨੀਫੈਸਟੋ ਹੋਊਗਾ? ਸੋ ਕੁਛ ਤਾਂ ਤਿਆਰੀ ਚੱਲ ਰਹੀ ਹੋਊਗੀ ਜਦੋਂ ਵੀ, ਕਿਉਂਕਿ ਇਹ ਕਿਹਾ ਜਾਂਦਾ ਕਿ ਮਿਨੋਰਟੀ ਗਵਰਨਮੈਂਟ ਤਾਂ ਹਰ ਵੇਲੇ ਪਾਰਟੀਆਂ ਤਿਆਰੀ ਹੁੰਦੀਆਂ ਇਲੈਕਸ਼ਨ ਲਈ, ਸੋ ਤਿਆਰੀ ਤਾਂ ਚੱਲ ਹੀ ਰਹੀ ਹੋਊਗੀ। ਦੇਖੋ ਮਿਨੋਰਟੀ, ਤੁਸੀਂ ਬਿਲਕੁਲ ਸਹੀ ਕਿਹਾ ਵੀ ਦੇਖੋ ਮਿਨੋਰਟੀ ਸਰਕਾਰ ਜਿਹੜੀ ਆ ਉਹਦੀ ਲਾਈਫ ਜਿਹੜੀ ਆ, ਜੇ ਐਵਰੇਜ ਲਾਈਫ ਦੇਖੋ 2 ਤੋਂ 2.5 ਸਾਲ ਹੁੰਦੀ ਆ ਜੀ, ਠੀਕ ਹੈ ਨੇ। ਉਹ ਜਿਹੜੀ 2 ਤੋਂ 2.5 ਸਾਲ ਜਿਹੜੀ ਉਹਦੀ ਲਾਈਫ ਹੈਗੀ ਆ ਉਹਦੀ, ਸੋ ਉਸ ਨੂੰ ਮੱਦੇਨਜ਼ਰ ਰੱਖਦੇ ਆ, ਕਿਉਂਕਿ ਅਪੋਜੀਸ਼ਨ ਪਾਰਟੀ ਦੀ ਗੱਲ ਕਰਦੀਆਂ ਸੀ ਇਲੈਕਸ਼ਨ ਦੀ, ਆਪਾਂ ਤਾਂ ਹਜੇ ਤਾਈਂ ਨਹੀਂ ਕੀਤੀ, ਪਰ ਜੇ ਇਲੈਕਸ਼ਨ ਆਉਂਦਾ ਤਾਂ ਉਹ ਜਿਹੜਾ ਹੈਗਾ ਪ੍ਰਧਾਨ ਮੰਤਰੀ, ਮੈਨੂੰ ਲੱਗਦਾ ਵਾ ਵੀ ਕਲੀਅਰਲੀ ਉਹ ਲੋਕਾਂ ਤਾਈਂ ਇਹ ਮੈਂਡੇਟ ਲੈ ਕੇ ਜਾਣਗੇ ਵੀ ਉਹਨਾਂ ਨੇ ਫਿਊਚਰ ਦੇ ਵਿੱਚ ਜਿਹੜੀ ਇਕਨੋਮਿਕ ਰਿਕਵਰੀ ਉਹਨਾਂ ਦੀ ਪਲਾਨ ਹੈਗੀ ਉਹ ਫਿਰ ਦੇਣਗੇ ਵੀ ਆਹ ਮੇਰੀ ਪਲਾਨ ਹੈਗੀ ਆ, ਆਹ ਦੂਜੀ ਪਾਰਟੀ ਦੀ ਆ, ਜਿਹਨੂੰ ਲੋਕ ਜਿਹੜਾ ਵਾ ਜਿਹ 'ਚ ਭਰੋਸਾ ਜਤਾਉਣਗੇ ਵੀ ਕਿਹੜਾ ਵਧੀਆ ਲੀਡਰ ਇਸ ਵੇਲੇ ਰਹਿਣ ਬਾਈ। ਕਿਉਂਕਿ ਔਖਾ ਟਾਈਮ ਹੈ, ਇਹ ਸੌਖਾ ਟਾਈਮ ਨਹੀਂ। ਜੇ ਪਿੱਛੇ ਦੇਖਿਆ ਜਾਵੇ 1.5 ਸਾਲ ਦੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਇੱਕ ਬਹੁਤ ਵਧੀਆ ਰਹਿਨੁਮਾਈ ਕੀਤੀ। ਜੇ ਅੱਜ ਵਰਲਡ ਵਾਰ ਤੋਂ ਬਾਅਦ ਕਿਸੇ ਲੀਡਰ ਨੂੰ ਜੱਜ ਕਰਨ ਦੀ ਗੱਲ ਸੀਗੀ ਦੁਨੀਆ ਦੇ ਵਿੱਚ, ਤਾਂ ਉਹ ਲੀਡਰਸ਼ਿਪ ਜੇ ਕਿਸੇ ਦੀ ਜੱਜ ਕਰਨੀ ਸੀ ਤਾਂ ਇਸ ਵਾਰੀ ਮੌਕਾ ਸੀ। ਔਰ ਉਹਦੇ ਵਿੱਚ ਮੈਂ ਦਾਅਵੇ ਨਾਲ ਕਹਿੰਦਾ, ਕਿਸੇ ਦੇਸ਼ ਚਲੇ ਜਾਓ, ਹਰ ਦੇਸ਼ ਦਾ ਵਾਸੀ ਦੂਜਿਆਂ ਦਾ ਇਹ ਕਹਿੰਦਾ ਵੀ ਮੈਂ ਕੈਨੇਡਾ ਜਾਣਾ ਚਾਹੁੰਦਾ, ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਸੀ ਔਰ ਸਾਡੀ ਗੌਰਮੈਂਟ ਨੇ ਇਹਨੂੰ ਵਧੀਆ ਢੰਗ ਦੇ ਨਾਲ ਜਿਹੜਾ ਸੀ ਉਹ ਨਜਿੱਠਿਆ। ਈਵਨ ਲੋਕਲ ਰਾਈਡਿੰਗ ਦੀ ਗੱਲ ਵੀ, ਕਿ ਮੈਂ ਸਰੀ ਨਿਊਟਨ ਦੀ ਗੱਲ ਕਰਦਾ, ਕੋਵਿਡ ਦੇ ਦੌਰਾਨ ਅਸੀਂ ਆਪਣਾ ਦਫ਼ਤਰ ਜਿਹੜਾ ਸੀਗਾ ਉਹ ਖੁੱਲ੍ਹਾ ਰੱਖਿਆ, ਇਨਫੈਕਟ ਲੌਂਗ ਆਵਰਸ ਖੁੱਲ੍ਹਾ ਰੱਖਿਆ। ਦਿਨ ਰਾਤ ਸਾਨੂੰ ਜਿਹੜਾ ਸੀਗਾ ਉਹ ਕੰਮ ਕਰਨਾ ਪਿਆ 24 ਘੰਟੇ, ਕਿਉਂਕਿ ਕਈ ਵਾਰ ਜਿਹੜੇ ਸੀਗੇ ਉਹ ਦਿਨੇ ਵੀ ਕੰਮ ਕਰਨਾ ਪੈਂਦਾ ਸੀ, ਰਾਤ ਨੂੰ ਵੀ, ਕਿਉਂਕਿ ਦੂਜੀਆਂ ਕੰਟਰੀ ਦੇ ਵਿੱਚ ਜਿਹੜਾ ਸੀ ਉਹ ਟਾਈਮ ਡਿਫਰੈਂਸ ਸੀ, ਤਾਂ ਕਿ ਜਿਹੜੇ ਕੈਨੇਡੀਅਨਸ ਨੂੰ ਬਣਦੀ ਜਿਹੜੀ ਆ ਸਰਵਿਸ ਉਹ ਅਸੀਂ ਪ੍ਰੋਵਾਈਡ ਕਰ ਸਕੀਏ। ਇਹ ਜਿਹੜਾ ਸੀ ਉਹ ਬਹੁਤ
ਜੀ ਜ਼ਰੂਰੀ ਸੀ। ਉਹੀ ਗੱਲ ਹੁਣ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਹੁਣ ਸਰਵੇ ਆ ਰਹੇ ਨੇ ਇਸ ਸਾਰੇ ਦੌਰ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਹਨਾਂ ਸਰਵੇ ਵਿੱਚ ਜਿਹੜੀ ਵੱਡੀ ਪਾਰਟੀ ਅੱਗੇ ਚੱਲ ਰਹੀ ਆ ਔਰ ਇੱਥੇ ਹੋ ਸਕਦਾ ਕਿ ਮੈਜੋਰਟੀ 'ਚ ਵੀ ਆ ਜਾਵੇ। ਉਹ ਕਹਿੰਦੇ ਵੀ ਇਸੇ ਕਰਕੇ ਇਲੈਕਸ਼ਨ ਹੋ ਰਿਹਾ ਕਿ ਟਰੂਡੋ ਸਾਹਿਬ ਚਾਹੁੰਦੇ ਆ ਕਿ ਹੁਣ ਚੰਗਾ ਮੌਕਾ ਹੈ, ਲੋਕ ਸਾਡੇ ਤੋਂ ਖੁਸ਼ ਹੈ ਵੀ ਅਸੀਂ ਮੈਜੋਰਟੀ ਲੈ ਲਈਏ। ਦੇਖੋ ਜਿਹੜਾ ਅਸਲੀ ਪੋਲ ਹੈਗਾ ਨਾ ਮਨਦੀਪ ਜੀ, ਉਹ ਮੈਟਰ ਕਰਦਾ ਹੈਗਾ ਇਲੈਕਸ਼ਨ ਡੇ ਤੇ। ਜੀ ਕੀ ਹੁੰਦਾ, ਮੈਂ ਕਦੇ ਪੋਲਿੰਗਾਂ 'ਚ ਨਹੀਂ ਪਿਆ। ਤੁਸੀਂ ਦੇਖੋਗੇ ਮੇਰੀ ਰਫ਼ਤਾਰ, ਚਾਹੇ ਮੈਂ ਚੁਣਿਆ ਨੁਮਾਇੰਦਾ ਹੈ ਚਾਹੇ ਨਹੀਂ ਸੀ, ਮੇਰੀ ਕੰਮ ਕਰਨ ਦੀ ਰਫ਼ਤਾਰ ਉਹੀ ਹੈਗੀ ਹੈ। ਮੇਰੇ ਲਈ ਤਾਂ ਐਵਰੀ ਡੇ ਇਜ਼ ਇਲੈਕਸ਼ਨ ਡੇ, ਠੀਕ ਹੈ ਨਾ। ਮੈਂ ਤਾਂ ਹਰ ਰੋਜ਼ ਲੋਕਾਂ ਤਾਈਂ ਆਪਦੀ ਜਿਹੜੀ ਆ ਪਹੁੰਚ ਰੱਖਦਾ। ਸੋ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਦੇਖੋ ਪਿਛਲੇ ਜੇ ਸਮੇਂ ਦੇ ਵਿੱਚ ਦੇਖੀਏ ਐਵਰੀ ਡੇ ਜਿਹੜੇ ਸੀ ਉਹ ਲੋਕਾਂ ਦੇ ਨਾਲ ਰੂਬਰੂ ਹੁੰਦੇ ਸੀਗੇ, ਪ੍ਰੈਸ ਕਾਨਫਰੰਸ ਕਰਦੇ ਸੀ ਔਰ ਪ੍ਰੀਮੀਅਰ ਦੇ ਨਾਲ ਇੰਨੀਆਂ ਵੱਡੀਆਂ ਮੀਟਿੰਗਸ ਕੀਤੀਆਂ, ਬਿਜ਼ਨਸ ਕਮਿਊਨਿਟੀਜ਼ ਦੇ ਨਾਲ ਕੀਤੀਆਂ, ਜਿਹੜੀਆਂ ਰਿਲੀਜੀਅਸ ਜਿਹੜੀਆਂ ਹੋਰ ਆਰਗੇਨਾਈਜੇਸ਼ਨ, ਤਾਂ ਕਿ ਹਰ ਇੱਕ ਜਿਹੜਾ ਬੰਦਾ ਸੀ ਉਹਦੇ ਸਹੀ ਪ੍ਰਾਈਮ ਮਿਨਿਸਟਰ ਨੇ ਆਪਣੀ ਐਕਸੈਸਿਬਿਲਿਟੀ ਜਿਹੜੀ ਉਹ ਬਣਾਈ ਰੱਖੇ। ਸੋ ਉਹ ਇਲੈਕਸ਼ਨ ਦਾ ਨਹੀਂ ਸੀ ਵੀ ਅੱਜ ਜਿਹੜਾ ਇਲੈਕਸ਼ਨ ਹੈ ਉਹ ਸਿਰਫ ਇਹ ਆ ਕਿ ਨੰਬਰ ਚੰਗੇ ਨੇ। ਨੰਬਰ ਤਾਂ ਪਿਛਲੇ 2 ਸਾਲਾਂ 'ਚ ਹੀ ਚੰਗੇ ਰਹੇ ਆ, ਪਰ ਇਹ ਨਹੀਂ ਹੋਇਆ ਪ੍ਰਧਾਨ ਮੰਤਰੀ ਨੇ ਵੀ ਆਪਦੀ ਐਕਸੈਸਿਬਿਲਿਟੀ ਹੈ ਜਾਂ ਘਟਾਈ ਹੋਵੇ ਤੇ ਮੈਸਰੀ ਨਿਊਟਨ ਦੇ ਵਿੱਚ ਉਹ ਸਾਡਾ ਕੰਮ ਅਸੀਂ ਜਾਰੀ ਰੱਖਣਾ ਹੈ। ਹਾਲਾਂਕਿ ਤੁਸੀਂ ਦੱਸਿਆ ਕਿ ਤੁਸੀਂ ਕੋਵਿਡ ਦੇ ਦੌਰਾਨ ਵੱਧ ਘੰਟੇ ਜਿਹੜਾ ਕੰਮ ਕੀਤਾ, ਇੱਥੇ ਆਫਿਸ ਖੁੱਲ੍ਹਾ ਰਿਹਾ, ਪਰ ਫਿਰ ਵੀ ਇੱਕ ਵੱਖਰੀ ਤਰ੍ਹਾਂ ਦਾ ਦੌਰ ਸੀ। ਦੁਨੀਆ ਨੇ ਸ਼ਾਇਦ ਇਸ ਜਨਰੇਸ਼ਨ ਨੇ ਪਹਿਲੀ ਵਾਰ ਦੇਖਿਆ ਸੀਗਾ, ਤੁਹਾਡੀ ਵੀ ਤੇ ਸਾਡੀ ਵੀ ਨੇ, ਕਿਉਂਕਿ ਇਹ ਵਾਇਰਸ ਇੱਦਾਂ ਦਾ ਬਹੁਤ ਚਿਰ ਬਾਅਦ ਆਇਆ। ਫਿਰ ਕਿੱਦਾਂ ਦਾ ਵੱਖਰਾ ਰਿਹਾ ਕਿਉਂਕਿ ਜਿਹੜੇ ਪਿਛਲੀ ਵਾਰ ਇਲੈਕਸ਼ਨ 'ਚ ਵਾਅਦੇ ਸੀ, ਜਿਹੜੀ ਮੈਜੋਰਟੀ ਮੈਂਡੇਟ ਮਿਲਿਆ ਸੀ ਉਹ ਬਿਲਕੁਲ ਵੱਖਰੇ ਤਰ੍ਹਾਂ ਦਾ ਸੀ, ਵੱਖਰੇ ਮੁੱਦਿਆਂ 'ਤੇ ਸੀ, ਪਰ ਅਚਾਨਕ ਸਭ ਕੁਝ ਚੇਂਜ ਹੋ ਗਿਆ। ਸੋ ਇਹ ਦੌਰ ਕਿੰਨਾ ਕੁ ਔਖਾ ਰਿਹਾ? ਦੇਖੋ ਨੈਚੁਰਲੀ ਕੋਈ ਵੀ ਡਿਸੀਜਨ ਬਣਾਉਣਾ ਸੌਖਾ ਨਹੀਂ, ਕਿਉਂਕਿ ਐਵਰੀ ਡੇ ਜਿਹੜਾ ਸੀ ਪ੍ਰਧਾਨ ਮੰਤਰੀ ਉਹਨਾਂ ਨੂੰ ਗੌਰਮੈਂਟ ਨੂੰ ਡਿਸੀਜਨ ਚੇਂਜ ਕਰਨੇ ਪੈ ਰਹੇ ਸੀ, ਕਿਉਂਕਿ ਜਿਸ ਤਰੀਕੇ ਨਾਲ ਹਾਲਾਤ ਬਣਦੇ ਜਾਂਦੇ। ਪਰ ਇੱਕ ਚੀਜ਼ ਸੀਗੀ, ਸਾਡਾ ਜਿਹੜਾ ਪਹਿਲਾ ਫੋਕਸ ਹਮੇਸ਼ਾ ਇਹੀ ਰਿਹਾ ਸੀ ਵੀ ਜਿਹੜੇ ਲੋਕ ਨੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਤੇ ਉਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਜਿਹੜਾ ਉਹ ਜ਼ਰੂਰੀ ਸੀਗਾ, ਠੀਕ ਹੈ ਨਾ। ਔਰ ਉਸ ਤੋਂ ਬਾਅਦ ਸਾਡਾ ਸੀਗਾ ਵੀ ਵੈਕਸੀਨੇਸ਼ਨ ਲੋਕਾਂ ਤਾਈਂ, ਔਰ ਦੋਨਾਂ ਹੀ ਮੁੱਦਿਆਂ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਲੋਕਾਂ ਦੀ ਮਦਦ। ਦੇਖੋ ਪਹਿਲਾਂ ਮੀਡੀਆ ਨੇ, ਐਜ ਤੁਸੀਂ ਮੀਡੀਆ ਬਹੁਤ ਵਧੀਆ ਰੋਲ ਅਦਾ ਕੀਤਾ। ਦੇਖੋ ਜੋ ਐਜ TV ਪੰਜਾਬ ਹੈ, ਬਾਕੀ ਜਿਹੜੇ ਮੀਡੀਆ ਹੋਰ ਐਂਕਰ ਉਹਨਾਂ ਨੇ ਸਮੇਂ ਸਿਰ ਇਨਫੋਰਮੇਸ਼ਨ ਜਿਹੜੀ ਲੋਕਾਂ ਤਾਈਂ ਲੈ ਕੇ ਜਾਂਦੇ ਰਹੇ, ਠੀਕ ਹੈ। ਫਿਰ ਕੈਨੇਡੀਅਨ ਲੋਕਾਂ ਨੇ ਵੀ, ਜਿਹਦੇ ਵਿੱਚ ਸਰੀ ਨਿਊਟਨ ਦੇ ਵੀ ਲੋਕ ਨੇ, ਉਹਨਾਂ ਨੇ ਸਾਡਾ ਸਾਥ ਦਿੱਤਾ ਗੌਰਮੈਂਟ ਦਾ ਬਈ ਭਾਈ ਜੇ ਅਸੀਂ ਇਸ ਚੀਜ਼ ਨੂੰ ਨਜਿੱਠਣਾ, ਮਹਾਮਾਰੀ ਦੇ ਨਾਲ ਅਸੀਂ ਲੜਨਾ, ਉਹਦੇ ਵਿੱਚ ਇਕੱਲੇ ਨਹੀਂ ਲੜ ਸਕਦੇ, ਉਹਦੇ ਵਿੱਚ ਲੋਕਾਂ ਨੇ ਸਾਥ ਦਿੱਤਾ, ਤਾਂ ਹੀ ਅਸੀਂ ਜਿਹੜਾ ਸੀ ਇਸ ਬਿਮਾਰੀ ਨੂੰ ਠੱਲ ਪਾ ਸਕੇ ਕੈਨੇਡਾ ਦੇ ਵਿੱਚ, ਠੀਕ ਹੈ ਨਹੀਂ। ਸੋ ਹਾਲਾਤ ਡਿਫਰੈਂਟ ਸੀ, ਲੀਡਰਸ਼ਿਪ ਜਿਹੜੀ ਸੀਗੀ ਉਹ ਇਹਦੇ ਵਿੱਚ ਸੀ। ਪਰ ਜਿੱਥੇ ਵਾਅਦਿਆਂ ਦੀ ਗੱਲ ਹੈਗੀ, ਤੁਸੀਂ ਹੁਣ ਲਾਓ ਮੇਜਰ ਇਸ਼ੂ ਜਿਹੜੇ ਸੀਗੇ ਜਿਹੜੇ ਇਫੈਕਟ ਕਰਦੇ ਸੀ, ਮੈਂ ਦੱਸਿਆ ਕਿ ਜਿਹੜੀਆਂ ਬੈਨ ਕਰਨੀਆਂ ਸੀ ਮਿਲਟਰੀ ਸਟਾਈਲ ਅਸਾਲਟ ਰਾਈਫਲਸ, ਉਹ ਵੀ ਅਸੀਂ ਜਿਹੜਾ ਸੀ ਲੈਜਿਸਲੇਸ਼ਨ ਲਿਆ ਕੇ ਬੈਨ ਕੀਤਾ। ਜ਼ੀਰੋ ਨੈਟ ਐਮਿਸ਼ਨ ਜਿਹੜਾ ਸੀ 12 ਬਿੱਲ ਅਸੀਂ ਜਿਹੜਾ ਸੀ ਉਹ ਵੀ ਅਸੀਂ ਪਾਸ ਕਰਿਆ ਕਿ ਅਸੀਂ 2050 ਤੱਕ ਜਿਹੜੀਆਂ ਜ਼ੀਰੋ ਨੈਟ ਐਮਿਸ਼ਨ ਜਿਹੜੀਆਂ ਨੇ ਉਹ ਲੈ ਕੇ ਜਾਵਾਂਗੇ। $10 ਇਹ ਡੇ ਕੇਅਰ ਦੀ ਗੱਲ ਜਦੋਂ ਕਰਦੇ ਹੈਗੇ ਆ, ਉਹ ਵੀ ਜਿਹੜੀ ਆ ਅਸੀਂ ਆਪਣੀ ਪੂਰੀ ਕੀਤੀ ਹੈ। ਇਨਫਰਾਸਟ੍ਰਕਚਰ ਮੰਗਣ ਦੀ ਗੱਲ ਕਰ ਲਓ, ਹੁਣ ਸਰੀ ਆਪਾਂ ਸਕਾਈ ਟ੍ਰੇਨ ਦੀ ਗੱਲ ਕਰਨੀ ਹੈ। ਪਿਛਲੀ 2015 ਦੀ ਗੌਰਮੈਂਟ ਸੀਗੀ ਤਾਂ ਉਸ ਵੇਲੇ ਦੀ ਮੇਅਰ ਕੀ ਕਹਿੰਦੀ ਸੀ ਵੀ ਸਾਨੂੰ ਜੀ LRT ਚਾਹੀਦੀ ਹੈ, ਅਸੀਂ ਉਹਨਾਂ ਨੂੰ LRT ਨੂੰ ਪੈਸੇ ਦੇ ਦਿੱਤੇ ਕਿਉਂਕਿ ਉਹ ਲੋਕਾਂ ਦੀ ਡਿਮਾਂਡ ਸੀਗੀ। ਉਸ ਤੋਂ ਬਾਅਦ ਹੁਣ ਮੇਅਰ ਮਕੈਲਮ ਆਏ, ਉਹ ਕਹਿੰਦੇ ਜੀ ਸਾਨੂੰ ਸਕਾਈ ਟ੍ਰੇਨ ਚਾਹੀਦੀ। ਜੇ ਹੁਣ ਉਹ ਪੈਸੇ ਨਾਲ ਤਾਂ 166 ਤੇ ਵੀ ਨਹੀਂ ਸੀ ਜਾਣੇ, ਠੀਕ ਹੈ ਨਾ। ਪਰ ਜੇ ਅਸੀਂ ਅੱਜ ਟ੍ਰੈਫਿਕ ਨੂੰ ਸਰੀ ਦੇ ਵਿੱਚ ਐਵਰੀ ਡੇ ਵੱਧ ਰਹੀ ਪਾਪੂਲੇਸ਼ਨ ਨੂੰ ਕੰਟਰੋਲ ਕਰਨਾ, ਲੈਂਗਲੀ ਦੇ ਵਿੱਚ ਕੰਟਰੋਲ ਕਰਨਾ, ਫਰੇਜ਼ਰ ਵੈਲੀ ਦੇ ਵਿੱਚ, ਤਾਂ ਸਾਨੂੰ ਜਿਹੜਾ ਸੀ ਇਨਫਰਾਸਟ੍ਰਕਚਰ 'ਚ ਪੈਸੇ ਪਾਉਣ। ਇਹੀ ਕਾਰਨ ਸੀ ਜਿਹੜਾ ਸਕਾਈ ਟ੍ਰੇਨ ਜਿਹੜੀ ਹੈਗੀ ਆ ਉਹ ਕਿੰਗ ਜੋਰਜ ਸਟੇਸ਼ਨ ਤੋਂ ਲੈਂਗਲੀ ਸਰੀ ਸੈਂਟਰ, ਲੈਂਗਲੀ ਸਿਟੀ ਸੈਂਟਰ ਤਾਈਂ ਗਈ, ਔਰ ਨਾਲ ਹੀ ਜਿਹੜੀ ਸੀ UBC ਤਾਈਂ ਲਾਈਨ। ਕਿਉਂਕਿ ਉਹਦੇ ਨਾਲ ਕੀ ਆ ਕਿ ਜਿੱਥੇ ਉਹ 60 ਤੋਂ ਲੈ ਕੇ 70,000 ਵਿਅਕਤੀ ਐਵਰੀ ਡੇ ਉਹਦੇ ਵਿੱਚ ਚੜ੍ਹਨਗੇ, ਉਹ 'ਚੋਂ 20-25,000 ਉਹ ਯਾਤਰੀ ਨੇ ਜਿਨ੍ਹਾਂ ਨੇ ਕਦੇ ਵੀ ਸਕਾਈ ਟ੍ਰੇਨ 'ਚ ਜਿਹੜਾ ਸੀ ਉਹ ਟਰੈਵਲ ਨਹੀਂ ਸੀ ਕੀਤਾ। ਔਰ ਨਾਲ ਹੀ ਜਿਹੜਾ ਹੈਗਾ ਇਹਦੇ ਨਾਲ ਜਿਹੜੀਆਂ ਕਾਰਾਂ ਨੇ ਉਹ ਰੋਡ ਤੋਂ ਦੂਰ ਹੋਈਆਂ। ਇਨਵਾਇਰਮੈਂਟਲ ਜਿਹੜਾ ਸੀਗਾ ਜ਼ੀਰੋ ਨੈਟ ਐਮਿਸ਼ਨ ਅਚੀਵ ਕਰਨ ਦੀ ਗੱਲ ਕਰਦੇ ਹਾਂ, ਲੋਕਾਂ ਦਾ ਸਮਾਂ ਜਿੱਥੇ 47 ਮਿੰਟ ਲੱਗਦੇ ਸੀ 22 ਮਿੰਟ ਲੱਗਣਗੇ। ਸੋ 3,000 ਨਵੀਆਂ ਜੌਬਸ ਵੀ ਕ੍ਰੀਏਟ ਹੋਣਗੀਆਂ। ਸੋ ਹਰ ਇੱਕ ਜਿਹੜੀ ਚੀਜ਼ ਅਸੀਂ ਸਮੇਂ ਮੁਤਾਬਕ ਸਾਨੂੰ ਡਿਸੀਜਨ ਲੈਣੇ ਪਏ ਆ ਨਾ, ਚਾਹੇ ਉਹ ਅਸੀਂ ਲੈਂਦੇ ਰਹੇ ਹਾਂ। ਇਮੀਗ੍ਰੇਸ਼ਨ ਦੀ ਗੱਲ ਕਰ ਲਈਏ, ਠੀਕ ਹੈ ਨਾ। ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਸੀਗੀ ਉਹ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਗੱਲ ਕਰ ਲਈਏ ਅਸੀਂ, ਪਹਿਲਾਂ ਸਾਰਿਆਂ ਨਾਲੋਂ ਸੀਗਾ ਕਿ ਬਹੁਤ ਰੌਲਾ ਪੈਂਦਾ ਸੀ LMIs ਦੇ ਨਾਲ ਲੋਕਾਂ ਦੇ ਬੱਚਿਆਂ ਦਾ ਕਾਣ ਹੋ ਰਿਹਾ। ਉਹਨੂੰ ਮੱਦੇਨਜ਼ਰ ਰੱਖਦੇ ਜਦੋਂ 27,232 ਪਹਿਲੀ ਐਪਲੀਕੇਸ਼ਨ ਕੱਢੀ ਹੈ ਇਸ ਸਾਲ, ਉਹਦੇ ਵਿੱਚ ਕੀ ਸੀ 75 ਪੁਆਇੰਟ ਤੇ ਜਿਹੜਾ ਸੀਗਾ ਐਕਸਪ੍ਰੈਸ ਐਂਟਰੀ ਹੋ ਗਈ। ਕਦੇ ਵੀ ਅੱਜ ਤਾਈਂ ਨਹੀਂ ਹੋਇਆ, 400 ਤੋਂ ਵੱਧ ਸਕੋਰ ਹੁੰਦੇ ਆ। 75 ਪੁਆਇੰਟ ਨਾਲ ਤਾਂ ਜਿਹਦਾ 30 ਸਾਲ ਤੋਂ ਥੱਲੇ ਉਮਰ ਆ ਉਹ ਸਾਰੇ ਦੇ ਸਾਰੇ ਪੱਕੇ। ਉਦੋਂ ਬਾਅਦ ਫਿਰ ਲੋਕ ਕਹਿੰਦੇ ਸੀ ਅੱਛਾ ਜੀ ਹੁਣ ਕੋਈ ਹੋਰ ਪਾਲਿਸੀ ਵੀ ਆਊ ਇਹ ਜੀ। ਫਿਰ ਕੀ ਕੀਤਾ
ਫਿਰ ਆਪਾਂ 90,000 ਜਿਹੜੇ ਸੀਗੇ ਉਹ ਲਿਆਂਦੀ, ਜਿਹਦੇ ਵਿੱਚ 40,000 ਸਟੂਡੈਂਟ ਜਿਨ੍ਹਾਂ ਦੇ ਕੋਲ ਪਿਛਲੇ 3 ਸਾਲਾਂ 'ਚ ਗ੍ਰੈਜੂਏਟ ਹੋਏ ਹੁਣ ਉਹ ਪੱਕੇ ਹੋ ਗਏ। 30,000 ਜਿਹੜੇ ਸੀਗੇ ਉਹਦੇ ਵਿੱਚ ਐਸੈਂਸ਼ੀਅਲ ਵਰਕਰ ਜਿਹੜੇ ਸੀਗੇ ਉਹ ਲੈ ਕੇ ਆਉਂਦੇ, ਚਾਹੇ ਫਾਰਮ ਵਰਕਰ ਤੋਂ ਲੈ ਕੇ ਪ੍ਰੋਫੈਸ਼ਨਲ ਤੱਕ ਉਹਨਾਂ ਦਾ 4 ਆਇਲ ਸਕੋਰ ਹੈਗਾ, ਸਾਰੇ ਐਪਲੀਕੇਸ਼ਨ ਲਾ ਸਕਦੇ ਆ। ਇਹ ਨਹੀਂ ਵੀ ਇੱਕੋ ਦਿਨ 'ਚ ਭਰ ਗਈਆਂ, ਹੌਲੀ ਹੌਲੀ ਉਹ ਕਈ ਸਮਾਂ ਲੱਗਿਆ ਉਹਨੂੰ ਉਹ ਸਪੌਟ ਭਰਨ ਨੂੰ। 20,000 ਸੀਗੀ ਜਿਹੜੇ ਹੈਲਥ ਰਿਲੇਟਡ ਜਿਹੜੇ ਸੀਗੇ, ਸੋ ਉਹ 90,000। ਫਿਰ ਉਸ ਤੋਂ ਬਾਅਦ ਕਹਿੰਦੇ ਜੀ ਹੁਣ ਇਮੀਗ੍ਰੇਸ਼ਨ ਦੀ ਕੋਈ ਹੋਰ ਨਵੀਂ ਪਾਲਿਸੀ। ਫਿਰ ਤੁਹਾਨੂੰ ਪਤਾ ਕਿ ਜਦੋਂ ਮੇਰੀ ਆਪਣੀ ਕੰਸਟੀਟੂਐਂਸੀ ਜਾਂ ਹੋਰਾਂ ਕੰਸਟੀਟੂਐਂਸੀ ਦੇ ਵਿੱਚ ਵੀ ਜਿਹੜੀ ਸੀ ਇਹ ਰੇਂਜ ਹੁੰਦਾ ਸੀ ਵੀ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਜਿਹੜਾ ਹੈਗਾ ਉਹਨੂੰ ਅਸੀਂ ਤਵੱਜੋ ਜਿਹੜੀ ਆ ਉਹ ਦਈਏ, ਠੀਕ ਹੈ ਨਾ, ਤਵੱਜੋ ਵੀ ਦਈਏ ਤੇ ਸਿਸਟਮ ਵੀ ਉਹਦਾ ਪਿਛਲੇ ਵਾਲਾ ਨਾ ਰੱਖੀਏ, ਉਹ ਜਿਹੜਾ ਵਾ ਉਹ ਅਸੀਂ ਲਿਆਈਏ ਵੀ ਤਾਂ ਕਿ ਲੋਟਰੀ ਸਿਸਟਮ ਤਾਂ ਜਿਹੜਾ ਉਹ ਪਿੱਛੇ ਆਉਂਦਾ ਸੀ, ਕਿਉਂਕਿ ਜਿਹੜਾ ਪਹਿਲੇ ਸਾਲ ਐਪਲੀਕੇਸ਼ਨ ਭਰਦਾ ਸੀ ਉਹ ਕਈ ਵਾਰ ਆ ਜਾਂਦਾ ਸੀ 6 ਸਾਲਾਂ 4 ਸਾਲਾਂ ਵਾਲਾ, ਉਹ ਨਹੀਂ ਸੀ ਆਉਂਦਾ। ਉਹਦੇ ਵਿੱਚ ਅਸੀਂ ਤੁਸੀਂ ਦੇਖਿਆ ਜਾਵੇ ਸਾਡੀ ਪ੍ਰਾਇਓਰਟੀ ਜਿਹੜੀ ਆ ਉਹ ਇਮੀਗ੍ਰੇਸ਼ਨ 'ਚ ਇਹ ਰਹੀ ਹੈਗੀ ਆ। ਸਪਾਊਸਲ ਕੇਸ ਅਸੀਂ 50,000 ਜਿਹੜੀਆਂ ਐਪਲੀਕੇਸ਼ਨ ਕੱਲੀਆਂ ਕੀਤੀਆਂ ਸੀ ਦਸੰਬਰ ਦੇ ਵਿੱਚ। ਕੰਜ਼ਰਵੇਟਿਵ ਵੇਲੇ ਜਿਹੜਾ ਸਪਾਊਸਲ ਕੇਸ ਸੀ ਤਕਰੀਬਨ 36 ਮਹੀਨੇ ਲੱਗਦੇ ਸੀ, ਅਸੀਂ ਉਹ 13 ਮਹੀਨੇ ਤੇ ਸਮਾਂ ਲੈਂਦਾ। ਹਾਂ ਕੋਵਿਡ ਕਰਕੇ ਜ਼ਰੂਰ ਥੋੜੀ ਡਿਲੇ ਹੈਗੀ, ਪਰ ਉਹ ਅੰਡਰਸਟੈਂਡ ਕਰਨਾ ਪਊ ਵੀ ਐਮਬੈਸੀ ਜਿਹੜੀਆਂ ਬੰਦ ਆਈਆਂ। ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ 7-7 ਸਾਲ ਲੱਗਦੇ ਸੀ, ਉਹ ਅਸੀਂ ਘਟਾ ਕੇ ਜਿਹੜਾ ਸੀਗਾ ਉਹ 3 ਸਾਲ ਤੇ ਸਮਾਂ ਜਿਹੜਾ ਸੀ 3 ਸਾਲ ਤੋਂ ਵੀ ਜਿਹੜਾ ਸੀ ਉਹ ਥੱਲੇ ਲਿਆਂਦਾ। ਔਰ ਨਾਲ ਹੀ ਨੰਬਰਸ ਦੀ ਗੱਲ ਕਰਦੇ 2019 ਦੇ ਵਿੱਚ ਜਦੋਂ 2015 ਦਾ ਜਦੋਂ ਇਲੈਕਸ਼ਨ ਲੜਿਆ ਉਹਦੇ ਪਲੇਟਫਾਰਮ ਦੇ ਵਿੱਚ ਇੱਕ ਤੁਸੀਂ ਨੋਟਿਸ ਕੀਤਾ ਨਾ ਪਾਲਿਸੀ ਸੀਗੀ ਕਿ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਅਸੀਂ ਡਬਲ ਐਪਲੀਕੇਸ਼ਨ ਲਵਾਂਗੇ ਜਿੰਨੀਆਂ ਕੰਜ਼ਰਵੇਟਿਵ ਲੈਂਦੀ ਉਸ ਵੇਲੇ। ਕੰਜ਼ਰਵੇਟਿਵ ਜਿਹੜੇ ਸੀ ਉਹ 5,000 ਐਪਲੀਕੇਸ਼ਨ ਲੈਂਦੇ ਸਾਰੀ, ਉਹ ਸਿਸਟੈਮਿਕਲੀ ਚਾਹੁੰਦੇ ਸੀ ਵੀ ਇਹ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਵਾਲੀ ਇਮੀਗ੍ਰੇਸ਼ਨ ਬੰਦ ਕਰ ਦਈਏ, ਠੀਕ ਹੈ ਨਾ। ਉਹਦੇ ਵਿੱਚ ਨਾਲ ਉਹ ਇਕੱਲੀ ਉਹ ਨਹੀਂ ਸੀ, ਉਹਨਾਂ ਨੇ ਜਿਹੜੀ ਡਿਪੈਂਡੈਂਟ ਦੀ ਏਜ ਸੀਗੀ ਉਹ ਵੀ ਜਿਹੜੀ 22 ਸਾਲ ਤੋਂ ਘਟਾ ਕੇ 18 ਸਾਲ ਕਰਤੀ ਤਾਂ ਕਿ ਉਹ ਐਪਲੀਕੇਸ਼ਨ 'ਚ ਬੱਚੇ ਤਾਂ ਆਉਣ ਹੀ ਨਾ, ਠੀਕ ਹੈ ਨਾ। ਜੇ ਪੇਰੈਂਟਸ ਸੋ ਪੇਰੈਂਟਸ ਨੂੰ ਡਿਸਕਰੇਜ ਕਰਦੇ ਸੀ ਵੀ ਐਪਲੀਕੇਸ਼ਨ ਨਾ ਕਰਨ। ਅਸੀਂ ਆਉਂਦਿਆਂ ਕੀ ਕੀਤਾ, ਅਸੀਂ ਕਿਹਾ ਸੀ ਡਬਲ, ਇਕੱਲਾ ਡਬਲ ਨਹੀਂ, ਤੁਸੀਂ ਅੱਜ ਸਹੀ ਸਾਡਾ ਇੰਨਾ ਰੈਕਡ ਦੇਖੋ ਹੁਣ 2015 ਤੋਂ 2021 ਤੱਕ ਜੇ ਇੰਨਾ ਐਵਰੇਜ ਦੇਖਦੇ ਇਹਨਾਂ ਸਾਲਾਂ ਦੀ 20,000 ਐਪਲੀਕੇਸ਼ਨ ਪਰ ਈਅਰ ਜਿਹੜੀ ਆ ਉਹ ਹਿਸਾਬ ਨਾਲ ਲਈ ਆ। ਔਰ ਉਹਦੇ ਵਿੱਚ ਅਸੀਂ ਏਜ ਵੀ ਜਿਹੜੀ ਆ ਉਹ 18 ਸਾਲ ਤੋਂ ਵਧਾ ਕੇ 22 ਸਾਲ ਕਰਤੀ ਤਾਂ ਕਿ ਜਿਹੜੇ ਐਪਲੀਕੇਸ਼ਨ 'ਚ ਨੰਬਰ ਆਫ ਪਾਰਟਿਸਪੈਂਟ ਆ, ਸੋ ਇਹਦਾ ਮਤਲਬ ਹੋਰ ਐਕਸਪੋਨੈਂਸ਼ੀਅਲ ਜਿਹੜੀ ਗਰੋਥ। ਔਰ ਇਕੱਲੇ ਇਸ ਸਾਲ ਅਸੀਂ 30,000 ਐਪਲੀਕੇਸ਼ਨ ਜਿਹੜੀ ਆ 20 ਸਤੰਬਰ ਨੂੰ ਜਿਹੜੀ ਆ ਉਹ ਲੈਣੀ ਹੈਗੀ ਆ। ਔਰ ਉਹਦੇ ਵਿੱਚ ਅਸੀਂ ਇਹ ਕਿਹਾ ਸੀ ਵੀ ਜਿਸ ਤਰ੍ਹਾਂ ਇਸ਼ੂ ਪਿੱਛੇ ਆਏ ਵੀ ਉਹ ਅਸੀਂ ਮੇਕ ਸ਼ੋਰ ਕਰਨਾ ਕਿ ਅਸੀਂ ਜਿਹੜੀ ਪਿਛਲੀ ਇਨਵੈਂਟੋਰੀ ਆ ਉਹਦੇ ਵਿੱਚੋਂ ਇਹ 30,000 ਜਿਹੜੀ ਐਪਲੀਕੇਸ਼ਨ ਚੱਕਣੀਆਂ, ਉਹ ਨਵੀਂ ਜਿਹੜੀ ਆ ਅਸੀਂ ਐਪਲੀਕੇਸ਼ਨ ਨਹੀਂ ਲੈਣੀ ਤਾਂ ਕਿ ਜਿਹੜਾ ਪਿਛਲਾ ਬੈਕਲੌਗ ਆ ਉਹ ਅਸੀਂ ਕਲੀਅਰ ਜਿਹੜਾ ਵਾ ਉਹ ਕਰੀਏ। ਜੀ ਇਮੀਗ੍ਰੇਸ਼ਨ ਤੇ ਇੱਕ ਤਾਜ਼ੇ ਮੁੱਦੇ ਤੇ ਗੱਲ ਥੋੜੀ ਜਿਹੀ ਕਰਨਾ ਚਾਹੁੰਦਾ ਕਿ ਹੁਣ ਸਭ ਨੂੰ ਪਤਾ ਕਿ ਖਬਰਾਂ ਆ ਰਹੀਆਂ ਨੇ ਕਿ ਅਫਗਾਨਿਸਤਾਨ ਦੇ ਵਿੱਚ ਕਿਸ ਤਰੀਕੇ ਨਾਲ ਤਾਲਿਬਾਨ ਕਾਬਜ ਹੋ ਰਿਹਾ ਔਰ ਉੱਥੇ ਘੱਟ ਗਿਣਤੀਆਂ ਦੀ ਜਿਹੜੀ ਆਬਾਦੀ ਆ ਉਹਨਾਂ ਨੂੰ ਵੀ ਕਾਫੀ ਖਤਰਾ ਹੈ। ਸੋ ਪਹਿਲਾਂ ਵੀ ਹਾਲਾਂਕਿ ਕੁਝ ਰਿਫਿਊਜੀ ਇੱਥੇ ਆ ਚੁੱਕਿਆ, ਪਰ ਹੁਣ ਇਹ ਮੰਗ ਹੋਰ ਉੱਠ ਰਹੀ ਹੈ ਕਿ ਜਿੰਨੇ ਕੁ ਬਾਕੀ ਬਚੇ ਆ ਉਹਨਾਂ ਨੂੰ ਵੀ ਇੱਥੇ ਲਿਆਂਦਾ ਜਾਵੇ। ਹਾਲਾਂਕਿ ਅੱਜ ਇਮੀਗ੍ਰੇਸ਼ਨ ਮਿਨਿਸਟਰ ਕਹਿ ਰਹੇ ਸੀ ਕਿ ਸ਼ਾਇਦ 20,000 ਅੱਜ ਆ ਗਏ ਨੇ ਜਾਂ ਹੋਰ ਲਿਆਂਦੇ ਜਾ ਰਹੇ ਨੇ, ਜਿਹੜੇ ਫੌਜਾਂ ਨਾਲ ਉੱਥੇ ਮਦਦ ਵੀ ਕਰਦੇ ਰਹੇ ਉਹ ਵੀ ਆ ਰਹੇ ਨੇ। ਪਰ ਜਿਹੜੇ ਸਿੱਖ ਉੱਥੇ ਹੈਗੇ ਫਸੇ ਹੋਏ ਨੇ ਅਫਗਾਨੀ ਸਿੱਖ ਨੇ, ਕਿ ਉਹਨਾਂ ਨੂੰ ਲਿਆਉਣ ਲਈ ਵੀ ਹੁਣ ਇਸ ਵਕਤ ਕੋਈ ਚੱਲ ਰਿਹਾ ਸਰਕਾਰ ਦੇ ਵਿੱਚ, ਕਿਉਂਕਿ ਸਰਕਾਰ ਦਾ ਕੰਮ ਤਾਂ ਚੱਲ ਰਿਹਾ ਔਰ ਮੰਗ ਵੀ ਇਸ ਵਕਤ ਕੀਤੀ ਜਾ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਕਿ 3 ਮਹੀਨਿਆਂ ਤੱਕ ਉੱਥੇ ਹਾਲਾਤ ਬਿਲਕੁਲ ਬਦਲ ਜਾਣਗੇ। ਸੋ ਉਹਦੇ ਸੰਬੰਧੀ ਇਸ ਵਕਤ ਸਰਕਾਰ ਕੀ ਕਰ ਰਹੀ ਹੈ? ਦੇਖੋ ਸਾਨੂੰ ਪਹਿਲੀ ਗੱਲ ਤਾਂ ਇਹ ਸੀ ਵੀ ਮੈਂ ਮਨਦੀਪ ਭੁੱਲਰ ਨੂੰ, ਅੱਜ ਸਾਡੇ 'ਚ ਨਹੀਂ ਰਹੇ, ਉਹ MLA ਸੀਗੇ ਅਲਬਰਟਾ ਤੋਂ, ਮੈਂ ਉਹਨਾਂ ਨੂੰ, ਮਨਮੀਤ ਜੀ, ਉਹਨਾਂ ਨੂੰ ਮੈਂ ਜਿਹੜਾ ਹੈਗਾ ਇਹ ਕ੍ਰੈਡਿਟ ਦਿੰਦਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਹੀ ਸਮਝੋ ਕਿ ਇਹ ਉਹਨਾਂ ਦਾ ਇਸ਼ੂ ਉਹਨਾਂ ਨੇ ਉਠਾਇਆ ਸੀਗਾ। ਸਿੱਖ ਐਂਡ ਹਿੰਦੂ ਜਿਹੜੇ ਸੀਗੇ ਉਹ ਜਿਹੜੇ ਉੱਥੇ ਰਹਿੰਦੇ ਸੀ ਅਫਗਾਨਿਸਤਾਨ, ਉਹਨਾਂ ਨੂੰ ਇੱਥੇ ਲੈਂਦੇ ਜਾਵੇ। ਉਹਦੇ ਵਿੱਚ ਵੀ ਜਿਹੜੀ ਸਾਡੀ ਸਰਕਾਰ ਨੇ ਲੀਡਰਸ਼ਿਪ ਦਿਖਾਈ। ਯੂਜਲੀ 7 ਸਾਲ ਦਾ ਸਮਾਂ ਲੱਗਦਾ ਉਸ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਨੂੰ, ਜਿਸ ਹਿਸਾਬ ਨਾਲ ਉਹ ਹੈਗਾ ਜੇ ਆਮ ਦੇਖਦੇ ਹੈਗੇ ਉਹ ਅਸੀਂ 1 ਸਾਲ ਦੇ ਵਿੱਚ ਜਿਹੜਾ ਸੀਗਾ ਉਹ ਜਿਹੜੀਆਂ ਇਨੀਸ਼ੀਅਲ ਐਪਲੀਕੇਸ਼ਨ ਜਿਹੜੀਆਂ ਸੀ ਉਹ ਪਾਸ ਕੀਤੀਆਂ। ਉਹ ਔਰ ਕਈ ਲੋਕ ਕਹਿੰਦੇ ਕਿਉਂਕਿ ਦੇਖੋ ਹਰ ਇੱਕ ਕੈਟਾਗਰੀ ਬਣੀ ਹੋਈ ਹੈ। ਦੇਖੋ ਕੰਪੈਸ਼ਨੇਟ ਇਮੀਗ੍ਰੇਸ਼ਨ ਹੈ ਜਿਹਦੇ ਵਿੱਚ ਰਿਫਿਊਜੀਜ਼ ਹੋ ਗਏ ਜਾਂ ਜਿਹੜੇ ਆਹ ਅਫਗਾਨ ਦੇ ਵਿੱਚ ਜਿਹਨਾਂ ਲੋਕਾਂ ਨੇ ਮਿਲਟਰੀ ਦੀ ਮਦਦ ਕੀਤੀ ਉਹਨਾਂ ਨੂੰ ਲੈ ਕੇ ਆਉਣਾ, ਠੀਕ ਹੈ ਨਾ, ਉਹ ਇੱਕ ਕੈਟਾਗਰੀ ਹੈ। ਉਸ ਤੋਂ ਬਾਅਦ ਸਾਡੀ ਕੈਟਾਗਰੀ ਇਕਨੋਮਿਕ ਕਲਾਸ ਆ, ਸਟੂਡੈਂਟਸ ਨੇ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ, ਸਪਾਊਸਲ, ਸੋ ਉਹ ਸਾਰੀਆਂ ਅੱਡੋ ਅੱਡ ਫਿਰ PNP ਆ ਜਾਂਦੀਆਂ ਨੇ ਵੱਖੋ ਵੱਖਰੇ ਸੂਬੇ ਦੀਆਂ। ਉਸ ਤੋਂ ਅੱਡੋ ਅੱਡ ਇਹਨੂੰ ਅਸੀਂ ਇੱਕ ਨੂੰ ਦੂਜੀ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ। ਇਹ ਨਹੀਂ ਕਹਿ ਸਕਦੇ ਜੀ ਉਹ ਲਿਆਂਦੇ ਆ ਨਹੀਂ, ਮਤਲਬ ਉਹ ਜਿਹੜਾ ਹਰੇਕ ਜਿਹੜੀ ਸਟਰੀਮ ਆ ਉਹ ਅੱਡੋ ਅੱਡ ਆ। ਉਹਦੇ ਵਿੱਚ ਅਫਗਾਨਿਸਤਾਨ ਤੋਂ ਜੇ ਦੂਸਰੇ ਲੋਕ ਵੀ ਜਿਹੜੇ ਆਏ ਆ ਜਿਨ੍ਹਾਂ ਨੇ ਫੌਜ ਦੀ ਮਦਦ ਕੀਤੀ, ਜਿੱਥੇ ਸਿੱਖ ਐਂਡ ਹਿੰਦੂ ਲੋਕ ਉੱਥੇ ਰਹਿ ਰਹੇ ਆ, ਉਹਨਾਂ ਨੂੰ ਲਿਆਉਣ ਲਈ ਸਾਡੀ ਸਰਕਾਰ ਜਿਹੜੀ ਆ ਉਹ
ਪੱਕੀ ਵਚਨਬੱਧ ਆ। ਜੀ, ਤੇ ਜਿਵੇਂ ਤੁਸੀਂ ਸਪਾਊਸਲ ਦੀ ਗੱਲ ਕੀਤੀ ਸੀ, ਹਾਲਾਂਕਿ ਤੁਸੀਂ ਕਿਹਾ ਕਿ ਕੋਵਿਡ ਕਰਕੇ ਕਾਫੀ ਜ਼ਿਆਦਾ ਜਿਹੜਾ ਉਹ ਡਿਲੇ ਥੋੜਾ ਚੱਲ ਰਿਹਾ ਵਾ, ਕਿਉਂਕਿ ਸਾਡੇ ਕੋਲ ਵੀ ਆਉਂਦੇ ਆ, ਉਹ ਕਹਿ ਰਿਹਾ ਕਿ ਰਿਸ਼ਤਿਆਂ 'ਚ ਕਈ ਵਾਰ ਫਰਕ ਪੈ ਜਾਂਦਾ ਜਦੋਂ ਸਪਾਊਸ ਦੂਰ ਰਹਿੰਦੇ ਆ। ਬਹੁਤ ਕੁਝ ਹੋ ਰਿਹਾ, ਤੁਸੀਂ ਵੀ ਖਬਰਾਂ ਸੁਣੀਆਂ ਹੋਣੀਆਂ ਕਿਸ ਤਰੀਕੇ ਦੀਆਂ ਖਬਰਾਂ ਆਉਂਦੀਆਂ ਨੇ। ਸੋ ਇਹ ਇਮੀਗ੍ਰੇਸ਼ਨ ਦਾ ਪ੍ਰੋਸੈਸ, ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਨਵੇਂ ਪੋਰਟਲ ਬਣਨਗੇ, ਹੋਰ ਦਫ਼ਤਰ ਖੁੱਲ੍ਹ ਰਹੇ ਨੇ, ਪਰ ਇਸ ਪ੍ਰੋਸੈਸ ਨੂੰ ਘਟਾਉਣ ਦੇ ਲਈ, ਸਮਾਂ ਘਟਾਉਣ ਲਈ ਹੋਰ ਵੀ ਕੋਈ ਵੱਡੇ ਕਦਮ ਚੁੱਕੇ ਜਾ ਰਹੇ ਨੇ, ਜਾਂ ਅੱਗੇ ਇਲੈਕਸ਼ਨ ਵਿੱਚ ਵੀ ਇੱਦਾਂ ਦੀ ਕੋਈ ਗੱਲ ਹੋਊਗੀ? ਦੇਖੋ, ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਨਾ ਹੁੰਦੀ ਵੀ ਤੁਸੀਂ ਇਹ ਦੇਖੋ ਵੀ ਪਿੱਛੇ ਕੋਵਿਡ ਆ ਗਈ, ਜੀ, ਠੀਕ ਹੈ ਨੇ। ਹੁਣ ਫਿਜ਼ੀਕਲੀ ਤਾਂ ਆਫਿਸ ਦੇ ਵਿੱਚ ਸਟਾਫ ਜਿਹੜਾ ਹੈਗਾ ਉਹ ਨਹੀਂ ਹੈਗਾ, ਬਹੁਤ ਸਾਰੀਆਂ ਐਮਬੈਸੀ ਦੇ ਵਿੱਚ। ਉਹਦੇ ਕਾਰਨ ਕਰਕੇ ਕੀ ਹੈ ਕਿ ਅਸੀਂ ਜਿਹੜੀਆਂ ਐਪਲੀਕੇਸ਼ਨ ਜਾਂ ਉਹਨੂੰ ਸਪਾਊਸਲ ਐਪਲੀਕੇਸ਼ਨ ਡਿਜੀਟਾਈਜ਼ ਕਰ ਰਹੇ ਹਾਂ, ਕਿਉਂਕਿ ਅਸੀਂ ਇਹ ਵਾਅਦਾ ਪਹਿਲਾਂ ਕੀਤਾ ਸੀ ਜਦੋਂ 2015 'ਚ ਆਏ ਸੀ, ਜੀ, ਠੀਕ ਹੈ ਨਾ, ਇਲੈਕਸ਼ਨ ਤੇ ਕੀ ਵਾਅਦਾ ਕੀਤਾ ਸੀ ਲੋਕਾਂ ਨਾਲ ਵੀ ਅਸੀਂ ਜਿਹੜੀਆਂ 99% ਜਿਹੜੀਆਂ ਐਪਲੀਕੇਸ਼ਨਸ ਹੋਣਗੀਆਂ ਸਪਾਊਸਲ ਕੇਸ ਦੀਆਂ, ਉਹ ਅਸੀਂ ਸਾਲ 'ਚ ਪੂਰੀਆਂ ਕਰਾਂਗੇ। ਉਹਦੇ ਵਿੱਚ ਜੇ ਤੁਸੀਂ ਪਿਛਲਾ ਰੈਕਡ ਦੇਖੋ ਤਾਂ ਉਹ ਸਾਲ ਦੇ ਵਿੱਚ ਐਪਲੀਕੇਸ਼ਨਾਂ ਪ੍ਰੋਸੈਸ ਹੁੰਦੀਆਂ ਰਹੀਆਂ, ਠੀਕ ਹੈ ਨਾ। ਇਸ ਗੱਲ ਨਾਲ ਸਹਿਮਤ ਹੋ ਤੁਸੀਂ? ਔਰ ਆਹ ਜਿਹੜਾ ਕੋਵਿਡ ਕਰਕੇ ਡਿਲੇ ਜ਼ਰੂਰ ਆਈ ਆ, ਪਰ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਹਰ ਇੱਕ ਜਿਹੜੀ ਸਪਾਊਸਲ ਐਪਲੀਕੇਸ਼ਨ ਆ ਉਹਨੂੰ ਡਿਜੀਟਾਈਜ਼ ਕਰ ਰਹੇ ਹਾਂ। ਜਦੋਂ ਉਹ ਡਿਜੀਟਾਈਜ਼ ਹੋ ਜੂ, ਜ਼ਰੂਰੀ ਨਹੀਂ ਵੀ ਇਸਲਾਮਾਬਾਦ, ਦਿੱਲੀ ਜਾਂ ਬੀਜਿੰਗ ਦੇ ਵਿੱਚ ਰਾਈਟ ਫੈਸਲਾ ਹੋਣਾ ਹੈਗਾ। ਉਹ ਐਪਲੀਕੇਸ਼ਨ ਦਾ ਫੈਸਲਾ ਕਿਤੇ ਵੀ ਬੈਠਾ ਅਫਸਰ ਫਾਈਲ ਚੱਕ ਕੇ ਉਹ ਜਿਹੜਾ ਵਾ ਉਹ ਕਰ ਸਕੂਗਾ। ਉਸ ਤੇ ਸਾਡੀ ਇਸ ਵੇਲੇ ਤਵੱਜੋ ਦਿੱਤੀ ਗਈ ਹੈ ਤਾਂ ਕਿ ਮੇਕ ਸ਼ੋਰ ਕੀਤਾ ਜਾਵੇ ਵੀ ਜਿਹੜੀ ਸਪਾਊਸਲ ਕੇਸ ਹੈਗਾ ਉਹ ਹਜੇ ਵੀ ਸਾਡੀ ਜਿਹੜੀ ਆ ਉਹ ਟੌਪ ਪ੍ਰਾਇੋਰਟੀ ਹੈ, ਤੇ ਨਾਲ ਹੀ ਜਿਹੜਾ ਹੈਗਾ ਉਹ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ। ਜੀ, ਇੱਕ ਮੁੱਦਾ ਹੋਰ ਇੱਥੋਂ, ਹਾਲਾਂਕਿ ਵੱਖ-ਵੱਖ ਥਾਵਾਂ ਤੇ ਖਾਸ ਕਰਕੇ ਆਪਣੇ ਪੰਜਾਬ 'ਚ ਸਟੂਡੈਂਟ ਬੈਠੇ ਹੋ, ਇੱਥੇ ਸਾਡੇ ਕੋਲ ਚੱਕਦੇ ਆ, ਕਿਉਂਕਿ ਤੁਸੀਂ ਹਾਲਾਂਕਿ ਇੱਥੇ ਨਾਲ ਜੁੜਿਆ ਮੁੱਦਾ ਨਹੀਂ, ਪਰ ਕਿਉਂਕਿ ਇੱਥੇ ਪੰਜਾਬੀ ਨੁਮਾਇੰਦੇ ਜੋ ਹੁੰਦੇ ਆ, ਫਿਰ ਉਹਨਾਂ ਦੀ ਆਸ ਹੁੰਦੀ ਹੈ ਕਿ ਅਸੀਂ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਈਏ। ਸਰਕਾਰ ਨੇ ਵਾਅਦਾ ਕੀਤਾ ਸੀ ਖਾਸ ਕਰਕੇ ਕਿ ਜਦੋਂ ਜਿਹੜੇ ਉੱਥੋਂ ਪੜ੍ਹਾਈ ਕਰਨਗੇ ਆਨਲਾਈਨ, ਤਾਂ ਉਹਨਾਂ ਨੂੰ ਵੀਜ਼ੇ ਦਿੱਤੇ ਜਾਣਗੇ, ਅੱਗੇ ਵਰਕ ਪਰਮਿਟ ਵੀ। ਪਰ ਹੁਣ ਕੇਸ ਇਹ ਸਾਹਮਣੇ ਆ ਰਿਹਾ ਕਿ ਉਹਨਾਂ ਵਿੱਚੋਂ ਕਾਫੀ ਬੱਚਿਆਂ ਨੂੰ ਜਿਹੜੇ ਵੀਜ਼ੇ ਰਿਜੈਕਟ ਹੋ ਰਹੇ ਆ। ਸੋ ਉਹਦੇ ਸੰਬੰਧੀ ਵੀ ਕੋਈ ਇੱਥੇ ਤੁਹਾਡੇ ਕੋਲ ਇੱਥੇ ਲੋਕਲ ਵੀ ਆਵਾਜ਼ ਪਹੁੰਚ ਰਹੀ ਹੈ ਜੋ ਸਰਕਾਰ ਕੋਈ ਕਰ ਰਹੀ ਹੈ? ਕਿਉਂਕਿ ਉਹ ਕਹਿੰਦੇ ਕਿ ਅਸੀਂ ਫੀਸਾਂ ਦਿੱਤੀਆਂ, ਕਲਾਸਾਂ ਲਾ ਲਈਆਂ, ਪਰ ਹੁਣ ਵੀਜ਼ੇ ਉਹਨਾਂ 'ਚੋਂ ਕਈਆਂ ਦੇ ਰਿਜੈਕਟ ਹੋ ਗਏ। ਦੇਖੋ, ਇੱਕਾ ਦੁੱਕਾ ਕੇਸ ਮੇਰੇ ਕੋਲ ਆਏ ਆ, ਠੀਕ ਹੈ ਨਾ। ਹਜੇ ਤਾਈਂ ਕੋਈ ਜਿਹੜੀ ਆਰਗੇਨਾਈਜ਼ਡ ਆਵਾਜ਼ ਕੋਈ ਨਹੀਂ ਮੇਰੇ ਕੋਲ। ਇਹ ਤੁਹਾਡੇ ਥਰੂ ਹੀ ਮੈਨੂੰ ਇਹ ਜਿਹੜਾ ਤੁਸੀਂ ਦੱਸਦੇ ਹੋ, ਪਰ ਜਿਹੜੇ ਕੇਸ ਹੈਗਾ ਕੋਈ ਨਾ ਕੋਈ ਟਾਮਾ ਕੇਸ ਜਿਹੜਾ ਹੈਗਾ ਸਟੂਡੈਂਟਸ, ਕਿਉਂਕਿ ਦੇਖੋ ਮੇਰਾ ਆਫਿਸ ਤਾਂ ਅਸੀਂ ਤਾਂ ਹਮੇਸ਼ਾ ਹੀ ਖੁੱਲ੍ਹਾ ਰੱਖਿਆ 24/7। ਮੈਂ ਦੱਸਿਆ ਕੋਵਿਡ ਦੇ ਵਿੱਚ ਵੀ ਆਫਿਸ ਖੁੱਲ੍ਹਾ ਔਰ ਹਮੇਸ਼ਾ ਹੀ। ਔਰ ਇੱਕ ਹੋਰ ਹੈਗੀ ਹੈ ਖਾਸੀਅਤ, ਅਸੀਂ ਪੁੱਛ ਜ਼ਰੂਰ ਲਈਦਾ ਵੀ ਕਿੱਥੋਂ ਆਏ, ਕਿਹੜੇ ਏਰੀਏ ਦੇ, ਪਰ ਡਜਨਟ ਮੈਟਰ, ਅਸੀਂ ਕਿਤੋਂ ਵੀ ਚੱਲ ਕੇ ਆਇਆ, ਸਾਡੇ ਕੋਲ ਕੈਨੇਡਾ ਦੇ ਵਿੱਚ ਰਹਿੰਦਾ, ਅਸੀਂ ਹਰੇਕ ਨੂੰ ਜਿਹੜਾ ਵਾ ਚਾਹੇ ਹੋਰ ਬਾਕੀ ਐਮਪੀਜ਼ ਆ ਜਿਹੜੇ ਸਾਰਿਆਂ ਨੂੰ ਬਜਟ ਤਾਂ ਇੱਕੋ ਜਿਹਾ ਹੀ ਆ ਉਹਨਾਂ ਨੂੰ ਸਰਵ ਕਰਨ ਦਾ। ਇਹ ਤਾਂ ਐਕਸਟਰਾ ਹਾਰਡ ਸਟਾਫ ਜਿਹੜਾ ਹੈਗਾ ਸਾਡਾ ਸਰੀ ਨਿਊਟਨ ਦਾ ਆਫਿਸ ਦਾ ਸਾਡੇ ਕੰਮ ਕਰਦੇ, ਅਸੀਂ ਕਦੇ ਵੀ ਨਹੀਂ ਪੁੱਛਿਆ ਕੋਈ ਕਿੱਥੋਂ ਹੈਗਾ। ਔਰ ਉਹਦੇ ਵਿੱਚ ਚਾਹੇ ਜਿਹੜੇ ਕਿਸੇ ਨੇ ਮੇਰੀ ਸਪੋਰਟ ਕੀਤੀ ਨਹੀਂ ਕੀਤੀ, ਰਾਈਡਿੰਗ 'ਚ ਰਹਿੰਦਾ ਨਹੀਂ ਰਹਿੰਦਾ, ਅਸੀਂ ਹਰੇਕ ਨੂੰ ਜਿਹੜਾ ਉਹ ਤਵੱਜੋ ਦੇ ਕੇ ਉਹਨਾਂ ਦਾ ਇਸ਼ੂ ਜਿਹੜਾ ਹੈਗਾ ਉਹ ਰਿਜ਼ੋਲਵ ਕਰਦੇ। ਔਰ ਸਟੂਡੈਂਟਸ ਦੇ ਇਸ਼ੂ ਜਿਹੜੇ ਸਾਡੇ ਕੋਲ ਲੈ ਕੇ ਆਉਂਦੇ ਆ ਉਹਨਾਂ 'ਚ ਉਹਨਾਂ ਦੀ ਮਦਦ ਕਰਦਾ। ਜੇ ਇਹ ਇਸ਼ੂ ਹੈ ਤਾਂ ਸਰਟਨਲੀ ਮੈਂ ਉਹ ਅਸੀਂ ਲੈ ਕੇ ਜਾ ਸਕਦੇ ਹਾਂ ਮੰਤਰੀ ਤੱਕ, ਉਸ ਨੂੰ ਅਸੀਂ ਨਜਿੱਠ ਸਕਦੇ ਹਾਂ ਵੀ ਜਿਹੜਾ ਸਾਡਾ ਵਾਅਦਾ ਸੀਗਾ ਵੀ ਉੱਥੇ ਬੈਠੇ ਉਹ ਆਨਲਾਈਨ ਕਲਾਸ ਜਿਹਨੂੰ ਦਾਖਲਾ ਮਿਲਿਆ ਉਹ ਆਨਲਾਈਨ ਕਲਾਸਿਸ ਲੈ ਸਕਦਾ, ਤੇ ਫਿਰ ਉਹ ਹੁਣ ਇਸ ਵੇਲੇ ਕੰਟੀਨਿਊ ਕਰਨਾ ਚਾਹਵੇ ਤਾਂ ਇੱਥੇ ਸਟੱਡੀ ਉਹ ਕੰਟੀਨਿਊ ਕਰਨੀ ਚਾਹੀਦੀ ਹੈਗੀ ਉਹਨੂੰ। ਜੀ ਬਿਲਕੁਲ, ਕਿਉਂਕਿ ਸਾਡੇ ਕੋਲ ਕਾਫੀ ਸਵਾਲ ਆ ਰਹੇ ਸੀ, ਇਸ ਕਰਕੇ ਜਦੋਂ ਹੁਣ ਮੌਕਾ ਮਿਲਿਆ ਤੁਸੀਂ ਧੰਨਵਾਦ ਤੁਹਾਡਾ, ਤੁਸੀਂ ਇਹ ਰੇਜ਼ ਕੀਤਾ। ਔਰ ਇਹਦੇ ਨਾਲ ਹੀ ਯਾਤਰਾ ਸੰਬੰਧੀ ਵੀ ਹੈਗਾ ਬਹੁਤ ਸਾਰੇ ਸਵਾਲ ਆ, ਕਿਉਂਕਿ ਇਸ ਵਕਤ ਅਮਰੀਕਾ ਵਾਲਾ ਬਾਰਡਰ ਖੋਲ੍ਹ ਦਿੱਤਾ ਗਿਆ, ਹਾਲਾਂਕਿ ਜਿਹੜੀ ਵੈਕਸੀਨ ਵਾਲੇ ਆਉਣ ਦਿੱਤਾ ਗਿਆ, ਸੋ ਭਾਰਤ ਵਿੱਚ ਵਾਲਾ ਜਿਹੜਾ ਬੈਨ ਉਹ ਐਕਸਟੈਂਡ ਕਰ ਦਿੱਤਾ ਗਿਆ। ਸੋ ਉਹਦੇ ਸੰਬੰਧੀ ਵੀ ਸਵਾਲ ਹੈ, ਕਿਉਂਕਿ ਕੁਝ ਕੈਨੇਡੀਅਨ ਵੀ ਜਿਹੜੇ ਉਹ ਇਸ ਵਕਤ ਪੰਜਾਬ 'ਚ ਬੈਠੇ ਆ, ਜੋ ਇੱਥੋਂ ਖਾਸ ਕਰਕੇ ਸਰੀ ਤੋਂ ਵੀ ਹੈਗੇ ਆ, ਉਹ ਉਡੀਕ ਕਰ ਰਹੇ ਸੀ ਕਿ ਜਦੋਂ ਖੁੱਲ੍ਹਣਗੇ ਅਸੀਂ ਸਿੱਧੇ ਤੇ ਸੇਫ ਰਸਤੇ ਕੈਨੇਡਾ ਪਹੁੰਚਾਂਗੇ, ਪਰ ਇਹ ਭਾਰਤ ਵਾਲਾ ਜਿਹੜਾ ਅੜਿੱਕਾ ਇਹ ਕਦੋਂ ਦੂਰ ਹੋਊਗਾ? ਦੇਖੋ, ਸਾਰਿਆਂ ਨਾਲੋਂ ਪਹਿਲਾਂ ਤੁਸੀਂ ਅਮਰੀਕਾ ਦੀ ਗੱਲ ਕੀਤੀ, ਮੈਂ ਉਹਦੇ 'ਤੇ ਕਲੀਅਰ ਕਰ ਦੇਣਾ ਚਾਹੁੰਦਾ ਵੀ ਅਮਰੀਕਾ ਤੋਂ ਅਸੀਂ ਉਹੀ ਇੰਟਰ ਕਰਨ ਦੇਣਾ ਹੈਗਾ ਜਿਹਦੀਆਂ ਡਬਲ ਵੈਕਸੀਨੇਟਡ, ਫੁੱਲੀ ਵੈਕਸੀਨੇਟਡ ਹੋਵੇ 14 ਦਿਨ ਪਹਿਲਾਂ, ਉਹ ਆ ਸਕਦਾ। ਜਿਹੜਾ 14 ਦਿਨ ਵੈਕਸੀਨੇਟਡ ਨਹੀਂ ਹੈਗਾ ਉਹਨੂੰ ਉਹੀ ਕੁਆਰੰਟੀਨ ਜਿਹੜੀ ਆ ਉਹ ਕਰਨੀ ਪਊਗੀ, ਇੱਥੇ ਆ ਕੇ ਟੈਸਟ ਵੀ ਕਰਾਉਣਾ ਪਊ। ਤੇ ਦੂਸਰਾ ਵੀ ਜਿਹੜਾ ਆਉਣਾ ਚਾਹੁੰਦਾ ਅਮਰੀਕਾ ਤੋਂ ਯਾਤਰੀ, ਉਹਨੂੰ ਜਿਹੜਾ ਟੈਸਟ ਹੈਗਾ ਵਾ ਮੋਲੀਕੂਲਰ ਟੈਸਟ ਹੈਗਾ ਇਹਦਾ ਕੋਵਿਡ ਦਾ, ਉੱਥੋਂ ਕਰਾ ਕੇ ਆਉਣਾ ਪੈਣਾ ਨੈਗੇਟਿਵ ਸ਼ੋ ਕਰਨ। ਤੁਸੀਂ ਕਹਿੰਦੇ ਇੰਡੀਆ ਦੀ ਗੱਲ ਹੁਣ ਆਪਾਂ ਹਿੰਦੁਸਤਾਨ ਦੀ ਗੱਲ ਕਰ ਲਈਏ, ਉਹਦੇ ਵਿੱਚ ਮੈਨੂੰ ਵੀ ਦੁੱਖ ਲੱਗਿਆ। ਦੁੱਖ ਕਿਉਂ ਲੱਗਦਾ ਹੈਗਾ ਕਿ ਅਸੀਂ ਉਸ ਰਿਲੀਜਨ ਤੋਂ ਬੋਰਨ ਹੋ ਕੇ ਆਏ ਹਾਂ, ਔਰ ਉਹਦੇ ਵਿੱਚ ਕੀ ਹੋਇਆ ਕਿ ਜਿਹੜੀਆਂ 50% ਤੋਂ ਵੱਧ ਕੋਵਿਡ ਪੋਜ਼ਿਟਿਵ ਕੇਸਿਸ ਆ ਰਹੇ ਸੀ ਉਹ ਇੰਡੀਆ ਤੋਂ ਆ ਰਹੇ ਸੀ। ਉਹਦਾ ਕਾਰਨ ਕੀ ਸੀਗਾ? ਕਈ ਲੋਕ ਜਿਹੜੇ ਸੀ ਉਹ ਉੱਥੇ ਝੂਠੇ ਸਰਟੀਫਿਕੇਟ ਜਿਹੜੇ ਆ ਉਹ ਬਣਾ ਕੇ, ਔਰ ਮੇਰੀ ਵੀ ਨਿਗਾਹ 'ਚ ਲੋਕ ਮੈਨੂੰ ਰੇਜ਼ ਕੀਤਾ ਕਈਆਂ ਨੇ, ਝੂਠੇ ਸਰਟੀਫਿਕੇਟ ਬਣਾਉਂਦੇ ਸੀ ਵੀ ਜੀ ਮੈਂ ਨੈਗੇਟਿਵ, ਕੋਵਿਡ ਨੈਗੇਟਿਵ ਆ, ਔਰ ਕਈ ਪੋਜ਼ਿਟਿਵ ਬਣਾ ਕੇ ਲੈ ਕੇ ਆ ਜਾਂਦੇ। ਉਹ ਕਹਿੰਦੇ ਵੀ ਕਿਉਂ? ਕਿਉਂਕਿ ਫਿਰ ਇੱਥੇ ਆ ਕੇ ਉਹਨਾਂ ਨੂੰ ਕੁਆਰੰਟੀਨ ਨਾ ਕਰਨੀ ਪਊ। ਦੇਖੋ, ਜਦੋਂ ਇਹੋ ਜਿਹਾ ਸਿਸਟਮ ਸੀ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਜਿਹੜੀਆਂ ਫਲਾਈਟਸ ਸੀਗੀਆਂ ਇੰਡੀਆ ਤੋਂ
ਸਿੱਧੀਆਂ ਫਲਾਈਟਸ ਬੰਦ ਕਰਤੀਆਂ, ਪਰ ਅੱਗੇ ਵੀ ਸਿੱਧੀਆਂ ਫਲਾਈਟਸ ਤਾਂ ਪਹਿਲਾਂ ਵੀ ਨਹੀਂ ਸੀ ਚੱਲਦੀਆਂ, ਘੁੰਮ ਕੇ ਤਾਂ ਹਜੇ ਵੀ ਆ ਸਕਦੇ ਆ। ਪਰ ਉਹਦੇ ਵਿੱਚ ਇੱਕੋ ਹੀ ਕਾਰਨ ਸੀ ਕਿ ਜਦੋਂ ਹੁਣ ਦੂਜੇ ਦੇਸ਼ ਤੋਂ ਆਉਣਗੇ, ਜਿਹੜਾ ਲਾਸਟ ਬੋਰਡਿੰਗ ਸਟੇਸ਼ਨ ਹੋਊਗਾ ਉੱਥੇ ਉਹਨਾਂ ਨੂੰ ਕੋਵਿਡ ਦਾ ਟੈਸਟ ਜਿਹੜਾ ਵਾ ਉਹ ਕਰਾਉਣਾ ਪਊ, ਤਾਂ ਕਿ ਜਿਹੜੇ ਲੋਕ ਹੁਣ ਇੱਥੇ ਆਉਣ, ਉਹ ਜਿਹੜੇ ਝੂਠੇ ਸਰਟੀਫਿਕੇਟ ਬਣਾ ਕੇ ਆਉਂਦੇ ਸੀਗੇ, ਉਹ ਆ ਕੇ ਕੈਨੇਡੀਅਨ ਲੋਕਾਂ ਨੂੰ ਖਤਰਾ ਪੈਦਾ ਨਾ ਕਰ। ਅਸੀਂ ਸਾਡੇ ਲਈ ਟੌਪ ਪ੍ਰਾਇੋਰਟੀ ਇਸ ਵੇਲੇ ਕੀ ਹੈਗੀ ਆ, ਕੈਨੇਡੀਅਨ ਲੋਕਾਂ ਦੀ ਸਿਹਤ ਤੇ ਉਹਨਾਂ ਦੀ ਸੇਫਟੀ, ਉਸ ਨੂੰ ਬਰਕਰਾਰ ਰੱਖਣ ਲਈ ਇਹ ਕੰਮ ਕੀਤਾ। ਔਰ ਜਿਹੜੇ ਲੋਕ ਬੈਠੇ ਆ, ਅਸੀਂ ਬਿਲਕੁਲ ਉਹਨਾਂ ਨੂੰ ਡਿਸਕਰੇਜ ਕੀਤਾ। ਦੇਖੋ, ਪ੍ਰਧਾਨ ਮੰਤਰੀ ਵੀ ਵਾਰ-ਵਾਰ ਕਹਿ ਰਹੇ ਸੀ, ਔਰ ਚੀਫ ਮੈਡੀਕਲ ਆਫਿਸਰ ਵੀ ਵਾਰ-ਵਾਰ ਕਹਿ ਰਹੇ ਸੀ, ਸੂਬਿਆਂ ਦੇ ਮੈਡੀਕਲ ਆਫਿਸਰ, ਈਵਨ BC ਦੇ ਵਿੱਚ ਇੱਕ ਵਾਰ ਐਸਾ ਸਮਾਂ ਸੀ, ਇੱਕ ਹੈਲਥ ਡਿਸਟ੍ਰਿਕਟ ਤੋਂ ਦੂਜੇ ਹੈਲਥ ਡਿਸਟ੍ਰਿਕਟ ਜਾਣਾ ਬੰਦ ਕਰਤਾ, ਤੇ ਅਸੀਂ ਇੰਡੀਆ 'ਚ ਜਿੱਥੇ ਅੱਗ ਵੱਧ ਰਹੀ ਸੀਗੀ, ਅਸੀਂ ਉੱਥੇ ਨੂੰ ਗਏ ਆ। ਠੀਕ ਹੈ ਨਾ, ਅਸੀਂ ਆਪਣੇ ਆਪ ਨੂੰ ਵੀ ਖਤਰੇ 'ਚ ਪਾਇਆ, ਅਸੀਂ ਆਪਣੇ ਪਰਿਵਾਰ ਨੂੰ ਵੀ ਖਤਰੇ 'ਚ। ਸੋ ਉਹ ਜਿਹੜੀ ਚੀਜ਼ ਉਹ ਪਹਿਲਾਂ ਕਲੀਅਰ ਕੀਤੀ ਹੋਈ ਸੀਗੀ ਵੀ ਭਾਈ ਤੁਸੀਂ ਟਰੈਵਲ ਨਾ ਕਰੋ। ਜਿਹੜੇ ਗਏ ਆ ਉਹ ਆਪਣੇ ਓਨ ਰਿਸਕ ਤੇ ਗਏ ਸੀ, ਪਰ ਹੁਣ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੜੇ ਸੇਫ ਤਰੀਕੇ ਦੇ ਨਾਲ ਜਿਹੜੇ ਨੇ ਮੈਂ ਦੇਖਿਆ, ਹੋਰ ਪਾਸੇ ਦੀ ਸਵਿਟਜ਼ਰਲੈਂਡ 'ਚ, ਮੈਕਸੀਕੋ, ਆਪਣੇ ਕਤਰ ਏਅਰਵੇਜ਼ ਦੋਹਾ ਦੇ ਵਿੱਚੋਂ ਦੀ, ਔਰ ਦੁਬਈ ਦੇ ਵਿੱਚੋਂ ਦੀ ਮੈਂ ਸੁਣ ਰਿਹਾ, ਔਰ ਬਹੁਤ ਸਾਰੀਆਂ ਫਲਾਈਟਸ ਆ ਰਹੀਆਂ। ਜਿਹੜੇ ਲੋਕ ਉੱਥੇ ਥੋੜ੍ਹੇ ਗਏ ਹੋਏ ਸੀ ਉਹ ਤਕਰੀਬਨ ਜਿਹੜੇ ਆ ਉਹ ਆ ਗਏ। ਇੱਕਾ ਦੁੱਕਾ ਕੇਸ ਸੀ ਜਿਹੜਾ ਹੋਊਗਾ ਕੋਈ ਮੇਰੇ ਸਾਹਮਣੇ ਆਇਆ ਜਿਹਨੇ ਇਹ ਕੰਪਲੇਂਟ ਕੀਤੀ। ਇਨਫੈਕਟ ਇਹ ਲੋਕ ਕਹਿੰਦੇ ਸੀ ਵੀ ਇਹ ਤੁਹਾਨੂੰ ਬਹੁਤ ਦੇਰ ਪਹਿਲਾਂ ਬੰਦ ਕਰ ਦੇਣੀ ਚਾਹੀਦੀ ਸੀ, ਵੀ ਤਾਂ ਕਿ ਜਿਹੜੇ ਕੈਨੇਡੀਅਨ ਲੋਕਾਂ ਨੂੰ, ਕਿਉਂਕਿ ਲੋਕ ਡਰਦੇ ਵੀ ਆ, ਹੁਣ ਡੈਲਟਾ ਵੇਰੀਐਂਟ ਤੋਂ ਡਰੀ ਜਾਂਦੇ ਨੇ, ਉਹ ਕਹਿੰਦੇ ਨੇ ਬਾਹਰਲੇ ਪੈਸੇਂਜਰ ਨੂੰ ਜਿੰਨਾ ਵੱਧ ਤੋਂ ਵੱਧ ਅਸੀਂ ਰੋਕੀਏ ਉਹਨਾਂ ਚੰਗਾ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੈਨੇਡੀਅਨ ਲੋਕ ਉਹਨਾਂ ਦੀ ਸਿਹਤ ਜਿਹੜੀ ਆ ਉਹਨੂੰ ਕੋਈ ਬਾਹਰੋਂ ਆ ਕੇ ਖਤਰਾ ਪੈਦਾ ਕਰੇ। ਇੱਕ ਹੋਰ ਬਹੁਤ ਵੱਡਾ ਮੁੱਦਾ, ਖਾਸ ਕਰਕੇ ਜਿਵੇਂ BC ਦੀ ਗੱਲ ਕਰਾਂ ਤਾਂ ਓਵਰਡੋਜ਼ ਦੇ ਨਾਲ ਹਰ ਮਹੀਨੇ 177 ਇਹ ਐਵਰੇਜ ਚੱਲ ਰਹੀ ਆ। ਸੋ ਕੋਵਿਡ ਨੂੰ ਵੀ ਕਹੀਂ ਕਹਿ ਲਈਏ ਤਾਂ ਵੱਧ ਮੌਤਾਂ ਹੋ ਰਹੀਆਂ। ਸੋ ਉਹਦੇ ਸੰਬੰਧੀ ਕਈ ਵਾਰੀ ਚਰਚਾ ਚੱਲਦੀ ਕਿ ਸ਼ਾਇਦ ਕੁਝ ਡਰੱਗ ਲੀਗਲ ਕਰਤੇ ਜਾਣ ਜਾਂ ਜਾਨਾਂ ਬਚਾਈਆਂ ਜਾਣ, ਨਸ਼ੇੜੀਆਂ ਦੀ ਕੈਟੇਗਰੀ 'ਚੋਂ ਕੱਢ ਕੇ ਉਹਨੂੰ ਬਿਮਾਰਾਂ ਦੀ ਕੈਟੇਗਰੀ 'ਚ ਪਾਤਾ ਜਾਵੇ। ਸੋ ਉਹਦੇ ਸੰਬੰਧੀ ਸਰਕਾਰ ਦਾ ਕੀ ਪਲਾਨ ਹੈ ਜਾਂ ਅੱਗੇ ਤੁਹਾਡੀ ਪਾਰਟੀ ਕੀ ਕਰ ਸਕਦੀ ਹੈ? ਦੇਖੋ, ਇਹ ਬੜਾ ਬਿਲਕੁਲ ਤੁਸੀਂ ਬਹੁਤ ਵਧੀਆ ਪੁਆਇੰਟ ਰੇਜ਼ ਕੀਤਾ। ਇਨਫੈਕਟ ਬੜਾ ਇੰਟੈਲੀਜੈਂਟ ਕੁਐਸਚਨ ਜਿਹੜਾ ਤੁਸੀਂ ਹੈਗਾ, ਇਹ ਇਸ਼ੂ ਹੈਗਾ, ਬਹੁਤ ਵੱਡਾ ਇਸ਼ੂ ਆ, ਕੰਪੈਸ਼ਨੇਟ ਇਸ਼ੂ ਹੈਗਾ। ਲੋਕਾਂ ਨੂੰ ਮੈਂਟਲ ਹੈਲਥ ਇਸ਼ੂਜ਼ ਵੀ ਨੇ ਅਤੇ ਡਰੱਗ ਇਸ਼ੂ, ਐਡਿਕਸ਼ਨ ਹੋ ਗਈ। ਜਦੋਂ ਇਹ ਦੇਖਦੇ ਆ ਨਾ ਇਹ ਚੀਜ਼ਾਂ, ਇਹਦੇ ਵਿੱਚ ਸਾਡਾ ਐਜ ਏ ਕੈਨੇਡੀਅਨ, ਐਜ ਏ ਸੁਸਾਇਟੀ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨੂੰ ਕਿਸ ਤਰੀਕੇ ਨਾਲ ਬਚਾਈਏ। ਉਹਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਵੀ ਵਧੀਆ ਕੰਮ ਕਰ ਰਹੀਆਂ ਨੇ, ਸਰੀ ਦੇ ਵਿੱਚ ਵੀ, ਥਰੂ ਆਊਟ ਕੈਨੇਡਾ ਵੀ, ਉਹਨਾਂ ਦਾ ਵੀ ਮੈਂ ਧੰਨਵਾਦ ਕਰਾਂ। ਔਰ ਤੁਸੀਂ ਦੇਖੋਗੇ ਜਦੋਂ ਅਸੀਂ ਸੇਫ ਜਿਹੜੀਆਂ ਅਸੀਂ ਕੰਜੰਪਸ਼ਨ ਸਾਈਟਸ ਲੈ ਕੇ ਆਉਂਦੀਆਂ, ਇੰਜੈਕਸ਼ਨ ਸਾਈਟ ਕੀ ਕਹਿੰਦੇ ਆ, ਤਾਂ ਕੰਜ਼ਰਵੇਟਿਵ ਪਾਰਟੀ ਨੇ ਇਹਦਾ ਸਾਨੂੰ ਅਪੋਜ਼ ਕੀਤਾ, ਹਮੇਸ਼ਾ ਕਹਿੰਦੇ ਨਹੀਂ ਜੀ ਇਹ ਨਹੀਂ ਸੀ। ਉਹਦਾ ਕਾਰਨ ਹੀ ਇਹ ਸੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ, ਤਾਂ ਕਿ ਉਹ ਸੇਫਲੀ ਉਹਨਾਂ ਲਈ ਕੋਈ ਚੀਜ਼ ਤਾਂ ਬਣੀ ਹੋਵੇ ਜਿੱਥੇ ਉਹ ਜਾ ਕੇ ਜਿਹੜੀ ਉਹ ਚੀਜ਼ ਲੈ ਸਕਣ, ਤਾਂ ਕਿ ਜਿਹੜੀਆਂ ਡੋਜ਼ ਲੈ ਕੇ ਡੈਥਸ ਹੋ ਰਹੀਆਂ ਨੇ ਉਹ ਜਿਹੜੀਆਂ ਨੇ ਉਹ ਕਿਸ ਤਰੀਕੇ ਨਾਲ। ਔਰ ਜਿੱਥੇ ਰਿਸੋਰਸਿਸ ਦੀ ਗੱਲ ਆ, ਅਸੀਂ ਸੂਬੇ ਨੂੰ ਜਿਹੜੇ ਸੀ ਫੈਡਰਲ ਨੇ, ਉਹ ਸੂਬੇ ਦੀ ਸਰਕਾਰ ਨੂੰ ਜਿਹੜੇ ਸੀ ਬਣਦੇ ਪੈਸੇ ਵੀ ਦਿੱਤੇ ਤਾਂ ਕਿ ਉਹ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਉਹ ਨਜਿੱਠਿਆ ਜਾਵੇ। ਇਹ ਬਿਲਕੁਲ ਆਨਗੋਇੰਗ ਇਸ਼ੂ ਹੈਗਾ। ਅਸੀਂ ਜਿਹੜਾ ਐਜ਼ ਮੈਂਬਰ ਆਫ ਪਾਰਲੀਮੈਂਟ ਵਾਰ-ਵਾਰ ਜਿਹੜਾ ਹੈ ਇਸ਼ੂ ਜਿਹੜਾ ਹੈਗਾ ਇਹ ਕਾਕਸ ਦੇ ਵਿੱਚ ਉੱਥੇ ਰੇਜ਼ ਕਰਦੇ ਹੈਗੇ ਆ ਵੀ ਇਹ ਇਸ਼ੂ ਜਿਹੜਾ ਹੈਗਾ ਇਹਦੇ ਨਾਲ, ਕਿਉਂਕਿ ਇਹ ਵੀ ਕਿਸੇ ਦਾ ਬੱਚਾ ਜਿਹੜਾ ਹੈਗਾ ਜਾਂ ਕੋਈ ਵੀ ਇਨਸਾਨ ਜਿਹੜਾ ਉਹ ਓਵਰਡੋਜ਼ ਦੇ ਨਾਲ ਜੇ ਉਹ ਡੈਥ ਹੁੰਦੀ ਆ ਤਾਂ ਇਹ ਬੜਾ ਦੁੱਖ ਵਾਲੀ ਗੱਲ ਹੈ। ਇੱਕ ਲੋਕਲ ਮੁੱਦਾ ਹੈਗਾ ਜੀ ਗੈਂਗ ਵਾਇਲੈਂਸ ਦਾ। ਆਪਾਂ ਦੇਖਿਆ ਕਿ ਹੁਣ ਤਾਂ ਰੁਕੀ ਆ, ਪਿੱਛੇ ਮਈ ਦੇ ਵਿੱਚ ਔਰ ਖਾਸ ਕਰਕੇ ਮਈ ਅਪ੍ਰੈਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਸੀ ਗੋਲੀਆਂ ਚੱਲੀਆਂ, ਮੌਤਾਂ ਹੋਈਆਂ। ਸੋ ਤੁਹਾਨੂੰ ਕੀ ਲੱਗਦਾ ਕਿ ਹੋਰ ਆਉਣ ਵਾਲੇ ਸਮੇਂ 'ਚ ਜਾਂ ਜਿਹੜੇ ਪਿਛਲੇ ਸਾਲਾਂ 'ਚ ਕੁਛ ਰੋਕਣ 'ਚ ਸਫਲ ਹੋਈ ਆ ਸਰਕਾਰ? ਜਿਹੜੇ ਤੋਂ ਇੱਥੇ ਵਾਅਦੇ ਵੀ ਹੋਏ ਸੀਗੇ, ਕਿਉਂਕਿ ਬਹੁਤ ਮੁੱਦਾ ਚੱਕਿਆ ਸੀ, ਆਪਣੀ ਪੁਲਿਸ ਤਾਂ ਖੈਰ ਸਰੀ ਦੀ ਆ ਚੱਲੀ ਆ, ਉਹ ਵੀ ਇੱਕ ਮੁੱਦਾ ਸੀ ਕਲੀਅਰ ਹੋ ਗਿਆ। ਸੋ ਇਹਦੇ ਸੰਬੰਧੀ ਹੋਰ ਕੀ ਕਦਮ ਚੁੱਕਣ ਦੀ ਲੋੜ ਹੈ? ਸਰਕਾਰ ਕੀ ਕਰ ਰਹੀ ਹੈ? ਦੇਖੋ, ਸਰਕਾਰ ਦੀ ਪਹਿਲੀ ਗੱਲ ਦੱਸਾਂ ਵੀ ਸਰਕਾਰ ਦੀ ਹੈਗੀ ਹੈ ਵੀ ਆ ਕੇ ਲੋਕਾਂ ਦੇ ਨਾਲ ਪਹਿਲਾਂ ਉਹਨਾਂ ਦੀ ਗੱਲ ਸੁਣਨੀ, ਠੀਕ ਹੈ ਨਾ। ਉਹਦੇ ਵਿੱਚ ਮੈਂ ਇਹ ਕਹਾਂ ਵੀ ਪ੍ਰਧਾਨ ਮੰਤਰੀ ਆਪ ਵੀ ਸਰੀ ਦੇ ਵਿੱਚ ਆ ਕੇ ਇਸ ਵਿਸ਼ੇ ਦੇ ਉੱਤੇ ਲੋਕਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ। ਜਦੋਂ ਸਮੇਂ ਮੁਤਾਬਕ ਮਿਨਿਸਟਰ ਵੀ ਜਿਹੜੇ ਆ ਉਹ ਵੀ ਇੱਥੇ ਆ ਕੇ ਜਿਹੜੀ ਸੀ ਉਹ ਗੱਲ ਕਰਦੇ ਰਹੇ, ਔਰ ਪਾਰਲੀਮੈਂਟਰੀ ਸੈਕਟਰੀ ਵੀ ਹੁਣ ਵੀ ਜਿਹੜਾ ਹੈਗਾ। ਉਸ ਤੋਂ ਬਾਅਦ ਜਿਹੜੇ ਰਿਸੋਰਸਿਸ ਬਣਦੇ ਸੀ, ਜਿਸ ਤਰ੍ਹਾਂ ਪਹਿਲਾਂ ਸਾਰੀਆਂ ਆਪਾਂ ਅਸਾਲਟ, ਮਿਲਟਰੀ ਸਟਾਈਲ ਅਸਾਲਟ ਰਾਈਫਲ ਜਿਹੜੀਆਂ ਸੀ ਉਹਨੂੰ ਬੈਨ ਕਰਨਾ, ਉਹ ਇੱਕ ਕਦਮ ਲਿਆ। ਔਰ ਉਹਦੇ ਵਿੱਚ ਜਿਹੜਾ ਲੈਜਿਸਲੇਸ਼ਨ ਦੀ ਲੋੜ ਸੀ, ਲੈਜਿਸਲੇਸ਼ਨ ਲਿਆਂਦਾ। ਨਾਲ ਇਹ ਵੀ ਕਿਹਾ ਵੀ ਜੇ ਲੋਕ ਇਹ ਚਾਹੁਣ ਜਾਂ ਸਰੀ ਦਾ ਮੇਅਰ ਇਹ ਚਾਹਵੇ ਵੀ ਮੈਂ ਗਨ ਜਿਹੜੀਆਂ ਹੈਂਡ ਗਨਸ ਵੀ ਬੈਨ ਕਰਨੀਆਂ, ਅਸੀਂ ਉਹਦਾ ਸਾਥ ਦੇਵਾਂਗੇ। ਔਰ ਫਿਰ ਅਸੀਂ ਜਿਹੜੇ ਰਿਸੋਰਸਿਸ ਪਾਏ ਤਾਂ ਕਿ ਜਿਹੜੀਆਂ ਇਲੀਗਲ ਫਲੋ ਆਫ ਆਰਮ ਜਿਹੜੇ ਆਉਂਦੇ ਨੇ ਬਾਹਰੋਂ ਉਹਨੂੰ ਰੋਕਿਆ ਜਾਵੇ। ਉਹਦੇ ਵਿੱਚ CBSA ਆਫਿਸਰ ਜਿਹੜੇ ਕੱਟ ਕੀਤੇ ਸੀ ਕੰਜ਼ਰਵੇਟਿਵ ਸਰਕਾਰ ਨੇ, ਜਾਂ RCMP ਆਫਿਸਰ ਜਿਹੜੇ ਸੀ ਉਹ ਉੱਥੇ ਬੀਫ ਅਪ ਕੀਤਾ ਤਾਂ ਕਿ ਉਹਨੂੰ ਅਸੀਂ ਕਿਸੇ ਤਰੀਕੇ ਨਾਲ ਰੋਕਣ ਦੇ ਵਿੱਚ ਸਫਲ ਹੋ ਸਕੀਏ। ਉਸ ਤੋਂ ਬਾਅਦ ਸੀ ਕਿ ਯੰਗ ਪੀਪਲ ਜਿਹੜੇ ਸਾਡੇ ਬੱਚੇ ਆ, ਜਿਹੜੇ ਸਕੂਲ ਏਜ ਚਿਲਡਰਨ ਨੇ,
ਜਿਨ੍ਹਾਂ ਦੇ ਚਾਂਸਸ ਹੈਗੇ ਆ ਇੱਧਰ ਨੂੰ ਜਾਣ ਦੇ, ਉਹਨਾਂ ਨੂੰ ਐਜੂਕੇਟ ਕੀਤਾ ਜਾਏ ਦੂਰ ਰੱਖਣ ਲਈ। ਉਹਦੇ ਲਈ ਜਿਹੜੇ ਸੀਗੀ ਉਹ ਇਨਵੈਸਟਮੈਂਟ ਕੀਤੀ। ਅਸੀਂ ਸਿਟੀ ਆਫ ਸਰੀ ਨੂੰ ਜਿਹੜੇ ਸੀ ਬਣਦੇ ਰਿਸੋਰਸ ਦਿੱਤੇ, ਉਹਨੇ ਉਹ ਹੁਣ ਇਨਫੈਕਟ ਹੁਣੇ ਬਿਲ ਬਲੇਅਰ ਜਦੋਂ ਆ ਕੇ ਗਏ ਆ, ਉਹ ਰਾਊਂਡ ਟੇਬਲ ਕੀਤਾ ਉਹਨਾਂ ਆਰਗੇਨਾਈਜੇਸ਼ਨ ਜਿਨ੍ਹਾਂ ਨੇ, ਤਾਂ ਕਿ ਉਹਨਾਂ ਦੀ ਅਸੀਂ ਦੇਖ ਸਕੀਏ ਵੀ ਉਹਨਾਂ ਨੇ ਪਿਛਲੇ ਸਮੇਂ 'ਚ ਜੇ ਉਹਨਾਂ ਨੂੰ $4.5 ਮਿਲੀਅਨ ਦਿੱਤਾ ਤਾਂ ਉਹਨਾਂ ਨੇ ਉਹਦੇ ਲਈ ਜਿਹੜਾ ਉਹ ਕੀ ਜਿਹੜਾ ਹੈਗਾ ਉਹ ਕੀਤਾ ਹੈਗਾ। ਸੋ ਉਹਦੇ ਵਿੱਚ ਸਰਕਾਰ ਜਿਹੜੀ ਹੈਗੀ, ਤੁਸੀਂ ਦੇਖੋ ਕਿ ਉਹ ਸਾਡੇ ਹਮੇਸ਼ਾ ਹੀ ਫਰੰਟ ਬਰਨਰ 'ਤੇ ਇਸ਼ੂ ਰਿਹਾ ਹੈਗਾ। ਬਿਲ ਬਲੇਅਰ ਕਈ ਵਾਰ ਜਿਹੜੇ ਨੇ ਉਹ ਇੱਥੇ ਆਏ, ਉਦੋਂ ਪਹਿਲਾਂ ਰਾਲਫ ਗਡੇਲ ਸੀ, ਚਾਹੇ ਪ੍ਰਾਈਮ ਮਿਨਿਸਟਰ ਨੇ, ਚਾਹੇ ਉਹ ਮਾਰਕ ਹਾਲੈਂਡ ਸੀ। ਸੋ ਹਰ ਜਿਹੜਾ ਹੈਗਾ ਇਸ ਵਿਸ਼ੇ ਦੇ ਉੱਤੇ ਅਸੀਂ ਤਤਪਰ ਹੈਗੇ, ਅਤੇ ਕਿਉਂਕਿ ਦੇਖੋ ਇਹ ਇਸ਼ੂ ਜਿਹੜਾ ਰਿਜ਼ੋਲਵ ਤਾਂ ਹੀ ਹੋ ਸਕਦਾ, ਇਹਦੇ ਵਿੱਚ ਸਾਨੂੰ ਸਾਰਿਆਂ ਨੂੰ, ਸਾਨੂੰ ਐਜ਼ ਪੇਰੈਂਟਸ ਵੀ, ਸਾਨੂੰ ਸੁਸਾਇਟੀ, ਸੁਸਾਇਟੀਆਂ ਨੂੰ, ਸਾਡੀਆਂ ਰਿਲੀਜੀਅਸ ਕਲਚਰਲ ਆਰਗੇਨਾਈਜੇਸ਼ਨਸ ਨੂੰ, ਸਾਡੀ ਲੋਕਲ ਗਵਰਨਮੈਂਟ ਨੂੰ, ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ, ਫੈਡਰਲ ਗਵਰਨਮੈਂਟ ਨੂੰ, ਸਾਨੂੰ ਰਲ ਕੇ ਕੰਮ ਕਰਨਾ ਪੈਂਦਾ। ਅੱਗੇ ਕਹਿੰਦੇ ਸੀ ਨਾ, ਜੇ ਇੱਕ ਬੱਚਾ ਰੇਜ਼ ਕਰਨਾ ਤਾਂ ਸਾਰੇ ਪਿੰਡ ਦੀ ਜਿਹੜੀ ਆ ਉਹ ਜ਼ਰੂਰਤ ਪੈਂਦੀ ਆ ਮਿਹਨਤ ਦੀ। ਸੋ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਇਸ ਵਿਸ਼ੇ 'ਤੇ ਕੰਮ ਜਿਹੜਾ ਉਹ ਕਰਦੇ ਰਹਿਣਾ ਚਾਹੀਦਾ, ਤਾਂ ਕਿ ਜਿਹੜੀ ਇਹ ਹੈਗਾ ਵਾ ਗੈਂਗ ਐਂਡ ਗਨਸ ਜਿਹੜਾ ਇਸ਼ੂ ਹੈਗਾ ਉਹ ਜਿਹੜਾ ਅਸੀਂ ਖਤਮ ਜਿਹੜਾ ਇੱਥੋਂ ਕੀਤਾ ਜਾਵੇ। ਜੀ, ਸੋ ਅਖੀਰਲਾ ਸਵਾਲ ਹੈ ਜੀ, ਹਾਲਾਂਕਿ ਤੁਸੀਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਫੈਸਲਾ ਲੈਣਾ, ਇਲੈਕਸ਼ਨ ਹੋਣੀ ਨਹੀਂ ਹੋਣੀ, ਮੰਨ ਲਓ ਜੇ ਐਤਵਾਰ ਨੂੰ ਐਲਾਨ ਹੁੰਦਾ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ, ਤਾਂ ਤੁਸੀਂ ਫਿਰ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਤੁਹਾਡਾ ਮਿਸ਼ਨ ਕੀ ਆ ਤੇ ਕਿਸ ਤਰੀਕੇ ਨਾਲ ਮੈਦਾਨ 'ਚ ਉਤਰੋਗੇ? ਦੇਖੋ, ਜਿਹੜੀ ਜਦੋਂ ਤੁਸੀਂ ਇਹ ਗੱਲ ਹੁਣ ਰੇਜ਼ ਕਰਦੇ ਹੈਗੇ ਹੋ ਵੀ ਮੈਦਾਨ 'ਚ ਉਤਰੇ, ਦੇਖੋ ਇਹ ਪ੍ਰਧਾਨ ਮੰਤਰੀ 'ਤੇ ਡਿਪੈਂਡ ਕਰਦਾ। ਜੇ ਹੁਣ ਪ੍ਰਧਾਨ ਮੰਤਰੀ ਜੇ ਚਾਹੁੰਦੇ ਨੇ ਉਹ ਇਸ ਵੇਲੇ ਮੈਂਡੇਟ ਲੋਕਾਂ ਦਾ ਲੈਣਾ, ਤਾਂ ਫਿਰ ਉਹਦੇ ਵਿੱਚ ਜਿਹੜਾ ਉਹ ਲੋਕਾਂ ਤੋਂ ਆਪਦਾ ਮੈਂਡੇਟ ਲੈ ਕੇ ਆਉਣਗੇ, ਲੋਕ ਉਸ 'ਤੇ ਆਪਣਾ ਫਤਵਾ ਦੇ ਸਕਣ। ਪਰ ਇੱਕ ਮੇਕ ਸ਼ੋਰ ਕਰਾਂਗੇ ਕਿ ਜਿਹੜਾ ਇਲੈਕਸ਼ਨ ਦੇ ਵਿੱਚ ਵੋਟਰਸ ਦੀ ਔਰ ਵਰਕਰ ਦੀ ਸੇਫਟੀ ਜਿਹੜੀ ਆ ਉਹਨੂੰ ਬਰਕਰਾਰ ਰੱਖਿਆ। ਜਦੋਂ ਸਰੀ ਨਿਊਟਨ ਦੀ ਗੱਲ ਆਉਂਦੀ ਆ, ਉਹਦੇ ਵਿੱਚ ਤਾਂ ਮੈਂ ਤੁਹਾਨੂੰ ਦੱਸਿਆ ਵਾ ਵੀ ਮੇਰੇ ਵੱਲੋਂ ਇਲੈਕਸ਼ਨ ਆਵੇ ਨਾ ਆਵੇ, ਮੈਂ ਤਾਂ 24 ਘੰਟੇ 7 ਦਿਨ ਜਿਹੜਾ ਮੇਰਾ ਕੰਮ ਹੈਗਾ ਉਹ ਲੋਕਾਂ ਦੇ ਵਿੱਚ ਰਹਿਣਾ, ਲੋਕਾਂ ਦੀ ਗੱਲਬਾਤ ਸੁਣਨੀ, ਉਹਨਾਂ ਦੇ ਮੁੱਦੇ ਜਿਹੜੇ ਆ ਉਹਨੂੰ ਹੈਲਪ ਕਰਨੀ, ਜਿਹੜਾ ਮੈਂ ਟੇਕ ਪ੍ਰਾਈਡ ਕਰਦਾ। ਕਿਉਂਕਿ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਮੈਂ ਕੰਸਟੀਟੂਐਂਸੀ ਆਫਿਸ ਦੇ ਵਿੱਚ ਹੈਲਪ ਜਿਹੜੀ ਆ ਉਹ ਇੰਡੀਵਿਜੂਅਲ ਜਿਹੜੇ ਨੇ ਉਹਨਾਂ ਦੀ ਕਰਦਾ, ਔਰ ਉਹ 'ਚ ਮੈਨੂੰ ਮਾਣ ਮਹਿਸੂਸ ਆ, ਔਰ ਉਹਦੇ ਵਿੱਚ ਐਕਸੈਸੀਬਿਲਟੀ ਆ। ਜੀ, ਠੀਕ ਹੈ ਨਾ। ਇਹ ਹੁੰਦਾ ਵੀ ਚੁਣਿਆ ਨੁਮਾਇੰਦਾ ਬਾਕੀ ਹੈਗੇ, ਕਈ ਇਲੈਕਸ਼ਨ ਟਾਈਮ ਆਉਂਦੇ ਆ, ਮੁੜ ਕੇ ਦਿਖਦੇ ਨਹੀਂ। ਜੋ ਜਿੱਤ ਵੀ ਜਾਂਦੇ ਨੇ, ਕਈ ਵਾਰ ਤੁਸੀਂ ਰਾਈਟ ਕਹਿੰਦੇ ਉਹ ਮੁੜ ਕੇ ਆਟਵਾ ਜਾ ਕੇ ਬਹਿ ਜਾਣਗੇ, ਫਿਰ ਨਹੀਂ ਤੁਹਾਨੂੰ ਦਿਖਣਾ। ਸੋ ਪਰ ਜਿੱਥੇ ਸੁਖ ਧਾਲੀਵਾਲ ਦਾ ਸਰੀ ਨਿਊਟਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਮੈਂ ਐਵਰੀ ਡੇ ਇਸ ਤਰ੍ਹਾਂ ਹੀ ਲੈ ਕੇ ਚੱਲਦਾ ਵੀ ਮੇਰੇ ਲਈ ਉਹ ਫਤਵਾ ਹੀ ਹੈ ਐਵਰੀ ਡੇ ਲੋਕਾਂ ਦਾ, ਕਿਉਂਕਿ ਲੋਕਾਂ ਨੇ ਮੇਰੇ ਵਿੱਚ ਇੰਨਾ ਪਿਆਰ ਦਿੱਤਾ ਮੈਨੂੰ ਪਿਛਲੇ ਸਮੇਂ 'ਚ, ਮਤਲਬ ਹੱਦ ਰਹੀ। ਉਸ ਲਈ ਮੈਂ ਬੜਾ ਇੰਡਾਈਟਡ ਹਾਂ। ਔਰ ਇਹ ਆ ਕਿ ਈਅਰ ਆਫਟਰ, ਜਦੋਂ ਵੀ ਇਲੈਕਸ਼ਨ ਆਫਟਰ ਇਲੈਕਸ਼ਨ ਮੈਨੂੰ ਉਹ ਆਪਦਾ ਮੇਰੇ 'ਚ ਵਿਸ਼ਵਾਸ ਪਾਉਂਦੇ, ਮੈਂ ਉਸ ਵਿਸ਼ਵਾਸ ਨੂੰ ਹਮੇਸ਼ਾ ਅਰਨ ਕਰਨ ਲਈ ਯਤਨ ਕਰਦਾ ਰਹਿਣਾ ਵੀ ਹੋਰ ਅਰਨ ਕਰ ਸਕਾਂ। ਔਰ ਕਈ ਵਾਰ ਉਹ ਮੇਰੇ ਲਈ ਬਾਰ ਵੀ ਸੈੱਟ ਕਰ ਦਿੰਦੇ, ਮੈਨੂੰ ਕਹਿ ਕੇ ਵੀ ਤੁਸੀਂ ਚੰਗਾ ਕੰਮ ਕਰਦੇ। ਬਹੁਤ ਸਾਰੇ ਸੀਸਾਂ ਵੀ ਮੈਨੂੰ ਮਿਲਦੀਆਂ, ਉਹ ਜਦੋਂ ਬਾਰ ਸੈੱਟ ਕਰਦੇ ਮੈਂ ਉਹਨੂੰ ਇੰਸਪਾਇਰ ਕਰਦਾ ਰਹਿਣਾ ਵੀ ਉਹਨੂੰ ਮੈਂ ਮੀਟ ਕਰਾਂ, ਤਾਂ ਕਿ ਮੈਂ ਆਪਣਾ ਚੰਗਾ ਕੰਮ ਕਰਦਾ ਰਹਿਣਾ। ਉਹ ਮੈਂ ਕਰਦਾ ਰਹਿਣਾ। ਉਹੀ ਜਿਹੜਾ ਹੈਗਾ ਆਪਣਾ ਰੈਕਡ ਜਿਹੜਾ ਹੈਗਾ ਲੋਕਾਂ ਮੂਹਰੇ ਖੁੱਲ੍ਹੀ ਕਿਤਾਬ ਜਿਹੜਾ ਮੇਰਾ ਜੀਵਨ ਆ, ਔਰ ਖੁੱਲ੍ਹੀ ਕਿਤਾਬ ਜਿਹੜਾ ਮੇਰਾ ਰੈਕਡ ਆ ਲੋਕਾਂ 'ਚ ਜਿਹੜਾ ਵਿਚਰਨ ਦਾ, ਔਰ ਲੋਕਾਂ ਦੇ ਮਸਲੇ ਔਰ ਇਸ਼ੂ ਜਿਹੜੇ ਸੀ, ਔਰ ਇੰਡੀਵਿਜੂਅਲ ਹੈਲਪ ਜਿਹੜੀ ਆਫਿਸ ਕਰਨੀ, ਉਹਦੇ ਲਈ ਮੈਂ ਜਿਹੜਾ ਹੈਗਾ ਜੇ ਫਤਵਾ ਲੈਣਾ ਪਿਆ ਤੇ ਮੈਂ ਵਿਲਿੰਗ ਟੂ ਗੋ ਟੂ ਪੀਪਲ। ਤੇ ਜਿਹੜੇ ਲੋਕ ਆ ਉਹ ਸਰੀ ਨਿਊਟਨ ਦੇ ਹੋਣ ਚਾਹੇ ਕੈਨੇਡਾ ਦੇ ਨੇ, ਉਹ ਜਨਰਲੀ ਤੇ ਉਹ ਮਹਾਨ ਨੇ, ਕਿਉਂਕਿ ਉਹਨਾਂ ਦਾ ਜਿਹੜਾ ਫਤਵਾ ਹੀ ਆ ਜਿਹੜਾ ਉਹ ਮੈਟਰ ਕਰਦਾ ਹੈਗਾ। ਔਰ ਉਹਨਾਂ ਦੇ ਵਿੱਚ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਪਿੱਛੇ ਟਰਸਟ ਪਾਇਆ। ਤੇ ਹੋਪਫੁਲੀ ਜੇ ਇਲੈਕਸ਼ਨ ਹੁੰਦਾ ਤੇ ਮੈਂ ਇੱਕ ਵਾਰ ਫਿਰ ਉਹਨਾਂ ਦਾ ਜਿਹੜਾ ਟਰਸਟ ਹੈਗਾ ਉਹ ਇਲੈਕਸ਼ਨ ਡੇ ਤੇ ਅਰਨ ਕਰ ਸਕੂੰਗਾ। ਜੀ, ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਤੇ ਗੱਲਬਾਤ ਕਰਨ ਲਈ। ਧੰਨਵਾਦ ਫਿਰ ਤੁਹਾਡਾ ਮਨਦੀਪ ਜੀ, ਤੁਹਾਡਾ ਵੀ ਔਰ ਪੰਜਾਬ TV ਦਾ ਵੀ, ਕਿ ਤੁਸੀਂ ਕੋਵਿਡ ਦੌਰਾਨ ਜਿਹੜੀ ਟਾਈਮਲੀ ਇਨਫੋਰਮੇਸ਼ਨ ਲੋਕਾਂ ਤਾਈਂ ਪਹੁੰਚਾਉਂਦੇ ਰਹੇ, ਕਿਉਂਕਿ ਮਾਸਿਸ ਤਾਈਂ ਇਹ ਇਨਫੋਰਮੇਸ਼ਨ ਬੜੀ ਜ਼ਰੂਰੀ ਸੀਗੀ, ਪਰਟੀਨੈਂਟ ਇਨਫੋਰਮੇਸ਼ਨ ਜਿਹੜੀ ਸੀਗੀ ਤੁਸੀਂ ਪਹੁੰਚਾਉਂਦੇ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਅਕਾਊਂਟੇਬਿਲਿਟੀ ਤੁਹਾਡੇ, ਜਦੋਂ ਤੁਸੀਂ ਹਾਕ ਮਾਰਦੇ ਹੋ ਹਮੇਸ਼ਾ ਮੀਡੀਆ, ਤੁਸੀਂ ਕੋਈ ਵੀ ਮੀਡੀਆ ਹਮੇਸ਼ਾ ਅਕਾਊਂਟੇਬਲ ਰਹੀਦਾ ਉਹਨਾਂ ਦੇ ਜਵਾਬ ਦੇਣ ਲਈ। ਔਰ ਧੰਨਵਾਦ ਤੁਹਾਡਾ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ। ਜੀ, ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਸੁਖ ਧਾਲੀਵਾਲ ਹੁਣੀ। ਸੋ ਖੁੱਲ੍ਹ ਕੇ ਗੱਲਬਾਤ ਹੋਈ ਆ ਮੁੱਦਿਆਂ ਉੱਤੇ ਵੀ, ਕਿ ਕੋਵਿਡ ਦੌਰਾਨ ਇਹ ਸਫ਼ਰ ਕਿਸ ਤਰੀਕੇ ਦਾ ਰਿਹਾ, ਔਰ ਜੇਕਰ ਇਲੈਕਸ਼ਨ ਆਉਂਦੀ ਆ ਤਾਂ ਕਿਸ ਤਰੀਕੇ ਨਾਲ ਇਲੈਕਸ਼ਨ ਹੋਵੇਗੀ ਤੇ ਮੁੱਦੇ ਕੀ ਰਹਿਣਗੇ, ਉਹ ਵੀ ਗੱਲਬਾਤ ਹੋਈ ਆ। ਸੋ ਜੇਕਰ ਇਲੈਕਸ਼ਨ ਹੁੰਦੀ ਆ ਜਿਸ ਤਰੀਕੇ ਨਾਲ ਧਾਲੀਵਾਲ ਸਾਹਿਬ ਕਹਿ ਰਹੇ ਆ, ਤਾਂ ਫਿਰ ਅਸੀਂ ਲਗਾਤਾਰ ਇਹ ਗੱਲਬਾਤ ਕਰਦੇ ਰਹਾਂਗੇ, ਉਹਦੇ 'ਤੇ ਸਵਾਲ ਤੁਹਾਡੇ ਆਉਂਦੇ ਰਹਿਣਗੇ, ਔਰ ਮੁੱਦੇ ਜਿਹੜੇ ਉੱਠਣਗੇ ਉਹ ਵੀ ਅਸੀਂ ਲੈ ਕੇ ਇਹਨਾਂ ਤੱਕ ਆਉਂਦੇ ਰਹਾਂਗੇ। ਸੋ ਹੋਰ ਖਬਰਾਂ ਤੇ ਜਾਣਕਾਰੀ ਲਈ ਤੁਸੀਂ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ।
ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।